ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਵਾਸੀ, ਨਮੋ ਬੁੱਧਾ, ਸਲਾਮ ਅਲੈਕਮ, ਜੈ ਮਸੀਹ ਦੀ। ਅੱਜ ਆਪਾਂ ਗੱਲਬਾਤ ਕਰਾਂਗੇ ਪੋਲਰਾਈਜੇਸ਼ਨ। ਮੇਰੇ ਵੀਰਾਂ ਦੀਆਂ ਕਾਲਾਂ ਆਈਆਂ ਸੀ, ਕਿਤੇ ਮੇਰੀ ਵੀਡੀਓ ਸੁਣੀ ਹੋਣੀ, ਉਹਨਾਂ ਨੇ ਉਹ ਕਹਿੰਦੇ ਸੀ ਮੇਰੇ ਵੀਰ ਵੀ ਪੋਲਰਾਈਜੇਸ਼ਨ ਬਾਰੇ ਕਲੀਅਰ ਕਰ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹ ਧਰੁਵੀਕਰਨ ਕਿੱਦਾਂ ਕਰਦੀਆਂ, ਇਹ ਕਿੱਦਾਂ ਪਾਕਿਸਤਾਨ ਨੂੰ ਨਫ਼ਰਤ ਕਰਦੀਆਂ, ਕਿੱਦਾਂ ਮੁਸਲਮਾਨਾਂ ਨੂੰ ਨਫ਼ਰਤ ਕਰਦੀਆਂ, ਕਿੱਦਾਂ ਹਿੰਦੂ ਮੁਸਲਮਾਨ ਦਾ ਮਸਲਾ ਬਣਾਉਂਦੀਆਂ, ਕਿੱਦਾਂ ਹਿੰਦੂ ਸਿੱਖਾਂ ਦਾ ਮਸਲਾ ਬਣਾਉਂਦੀਆਂ, ਇਹ ਕਿਉਂ ਪਾਕਿਸਤਾਨ ਨਾਲ ਨਫ਼ਰਤ ਕਰਕੇ ਭਾਰਤ ਦੇ ਲੋਕਾਂ ਨੂੰ ਡਰਾ ਕੇ ਵੋਟਾਂ ਲੈ ਕੇ ਜਾਂਦੀਆਂ। ਇਹਨਾਂ ਗੱਲਾਂ ਬਾਰੇ ਮੇਰੇ ਵੀਰ ਕਹਿੰਦੇ ਸੀ ਵੀ ਜ਼ਰੂਰ ਕੁਝ ਐਗਜ਼ਾਮਪਲਾਂ ਦੇ ਕੇ ਚਾਨਣਾ ਪਾ। ਤੇ ਅੱਜ ਆਪਾਂ ਗੱਲ ਕਰਾਂਗੇ ਧਰੁਵੀਕਰਨ ਦੀ ਜਿਹੜੀ ਰਾਜਨੀਤੀ ਆ ਉਹ ਕੀ ਆ, ਪੋਲਰਾਈਜੇਸ਼ਨ ਦੀ ਰਾਜਨੀਤੀ ਕੀ ਹੈ। ਸਭ ਤੋਂ ਪਹਿਲਾਂ ਤਾਂ ਮੇਰੇ ਵੀਰੋ, ਜੋ ਪਾਕਿਸਤਾਨ ਹੈ ਉਹਨਾਂ ਆਪਾਂ 1965 ਚ 1971 ਵਿੱਚ ਜੰਗਾਂ ਲੜੀਆਂ। 1965 ਵਿੱਚ ਵੀ ਆਪਾਂ ਕਾਫੀ ਏਰੀਆ ਉਹਨਾਂ ਦਾ ਲੈ ਲਿਆ। 1971 ਵਿੱਚ ਵੀ ਆਪਾਂ ਬੰਗਲਾਦੇਸ਼ ਵੀ ਬਣਾ ਲਿਆ ਤੇ 90,000 ਫੌਜੀ ਵੀ ਕਬਜ਼ੇ ਵਿੱਚ ਲੈ ਲਿਆ ਤੇ ਉਹਨਾਂ ਦਾ ਏਰੀਆ ਵੀ ਕਬਜ਼ੇ ਵਿੱਚ ਲੈ ਲਿਆ। ਹੁਣ ਜੇ ਆਪਣੀ ਲੜਾਈ ਇਕੱਲੀ ਕਸ਼ਮੀਰ ਦੀ ਹੁੰਦੀ ਵੀ ਜਿਹੜਾ ਕਸ਼ਮੀਰ ਆ ਉਹ ਸਾਨੂੰ ਵਾਪਸ ਦੇ, ਕਸ਼ਮੀਰ ਨਾਲੋਂ ਜ਼ਿਆਦਾ ਏਰੀਆ ਇੰਡੀਆ ਨੇ ਪਾਕਿਸਤਾਨ ਦਾ ਨੱਪ ਲਿਆ ਸੀ ਤੇ 90,000 ਫੌਜੀ ਉਹਨਾਂ ਦੇ ਅਰੈਸਟ ਕਰ ਲਿਆ ਸੀ। ਤੇ ਜਦੋਂ ਫਿਰ ਸ਼ਿਮਲਾ ਸਮਝੌਤਾ ਹੋਇਆ, ਉਸ ਵੇਲੇ ਸਮਝੌਤੇ ਵਿੱਚ ਇਹਨਾਂ ਨੇ ਕਿਉਂ ਨਹੀਂ ਕਿਹਾ ਵੀ ਕਸ਼ਮੀਰ ਸਾਨੂੰ ਵਾਪਸ ਦੇ ਦੇ ਜਾਂ ਤੁਹਾਡੇ ਜਿਹੜੇ ਜਿੱਤੇ ਹੋਏ ਇਲਾਕੇ ਅਸੀਂ ਤੁਹਾਨੂੰ ਮੋੜਨੇ ਨਹੀਂ ਹੈਗੇ। ਕਿਉਂਕਿ ਜਿਹੜੀ ਲੜਾਈ ਆ ਨਾ, ਉਹ ਲੜਾਈ ਕਸ਼ਮੀਰ ਦੀ ਨਹੀਂ ਹੈਗੀ। ਪਾਕਿਸਤਾਨ ਦੇ ਨਾਲ ਲੜਾਈ ਕਸ਼ਮੀਰ ਦੀ ਨਹੀਂ, ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਾ ਕੇ ਰੱਖਣਾ ਹੀ ਪਾਕਿਸਤਾਨ ਨਾਲ ਲੜਾਈ ਆ। ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਿਆ ਰਹੇ, ਇਸ ਕਰਕੇ ਪਾਕਿਸਤਾਨ ਨੂੰ ਦੁਸ਼ਮਣ ਬਣਾਈ ਰੱਖਣਾ ਤੇ ਭਾਰਤ ਦੇ ਮੁਸਲਮਾਨਾਂ ਨੂੰ ਨਫ਼ਰਤ ਵਿੱਚ ਰੱਖਣਾ, ਤਾਂ ਕਿ ਭਾਰਤ ਦੇ ਲੋਕਾਂ ਨੂੰ ਹਿੰਦੂ ਬਣਾਈ ਕਿਉਂਕਿ ਹਿੰਦੂ ਕੋ ਧਰਮ ਨਹੀਂ, ਰਾਈਟ, ਇਹ ਤੁਹਾਨੂੰ ਸਭ ਨੂੰ ਪਤਾ। ਸੰਵਿਧਾਨ ਵੀ ਜਿਹੜਾ ਹਿੰਦੂ ਨੂੰ ਕੋਈ ਧਰਮ ਨਹੀਂ ਮੰਨਦਾ। ਧਰਮ ਦਾ ਨਾਂ ਹੈ ਸਨਾਤਨ। ਸਨਾਤਨ ਕੱਲੇ ਬ੍ਰਾਹਮਣੇ ਹੁੰਦੇ ਆ ਜਿਹੜੇ ਇਜ਼ਰਾਈਲ ਤੋਂ ਆਏ ਆ। ਹੁਣ ਉਹਨਾਂ ਨੇ ਦੇਖਿਆ ਵੀ ਸਾਡੀ ਗਿਣਤੀ ਤਾਂ 3.5% ਹੈ, ਵੀ ਜੇ ਅਸੀਂ ਸਨਾਤਨ ਨੂੰ ਧਰਮ ਬਣਾਈ ਰੱਖਿਆ ਤੇ ਫਿਰ 3.5% ਤਾਂ ਬ੍ਰਾਹਮਣ ਹੀ ਸਨਾਤਨ ਹੀ ਹੋ ਸਕਦੇ ਆ, ਕਿਉਂਕਿ ਇਹ ਨਸਲਵਾਦ ਨੂੰ ਮੰਨਦੇ ਆ ਤੇ ਸਨਾਤਨੀ ਹੋਰ ਕੋਈ ਜਾਤ ਦਾ ਤਾਂ ਬਣ ਨਹੀਂ ਸਕਦਾ। ਇਹਨਾਂ ਨੇ ਫਿਰ ਜਿਹੜਾ ਹਿੰਦੂ ਸ਼ਬਦ ਰੋਲਿਆ ਸੀ, ਜਿਹੜਾ ਮੁਗਲਾਂ ਨੇ ਇਹਨਾਂ ਨੂੰ ਦਿੱਤਾ ਸੀ, ਹਿੰਦੂ ਦਾ ਮਤਲਬ ਚੋਰ, ਠੱਗ, ਲਟੇਰਾ, ਉਹ ਦਿੱਤਾ ਸੀ ਸ਼ਬਦ ਇਹਨਾਂ ਨੂੰ ਇਸ ਕਰਕੇ ਕਿ ਤੁਸੀਂ ਭਾਰਤ ਦੇ ਲੋਕਾਂ ਤੇ ਇਹਨਾਂ ਨੂੰ ਅਨਪੜ੍ਹ ਬਣਾ ਕੇ ਇਹਨਾਂ ਤੇ ਕਬਜ਼ਾ ਕੀਤਾ ਹੈ। ਤੁਸੀਂ ਚੋਰ ਹੋ, ਤੁਸੀਂ ਲਫੰਗੇ ਹੋ, ਤੁਸੀਂ ਇੱਦਾਂ ਹੈ ਵੀ ਤੁਸੀਂ ਮਾੜੇ ਲੋਕ ਹੋ, ਹੈ ਨਾ, ਹਿੰਦੂ ਦਾ ਮਤਲਬ ਵੀ ਤੁਸੀਂ ਇਹਨਾਂ ਨੂੰ ਗੁਲਾਮ ਕੀਤਾ ਹੈ। ਉਹ ਸ਼ਬਦ ਰੌਲਦਾ ਰਿਹਾ, ਨਾ ਇਹਨੇ ਐਕਸੈਪਟ ਕੀਤਾ, ਨਾ ਭਾਰਤ ਦੇ 85% ਲੋਕਾਂ ਨੇ ਐਕਸੈਪਟ ਕੀਤਾ, ਪਰ ਉਹ ਰੌਲਦਾ ਰਿਹਾ ਸ਼ਬਦ। ਤੇ ਉੱਦਾਂ ਹੀ ਭਾਰਤ ਦੇ ਲੋਕਾਂ ਨੂੰ ਜਿਹੜੇ ਮੁਗਲ ਸੀ ਹਿੰਦੁਸਤਾਨੀ ਕਹਿਣ ਲੱਗ ਪਿਆ, ਗੁਲਾਮ ਮਾਨਸਿਕਤਾ ਦੇ ਲੋਕ ਕੀ ਹੌਲੀ ਹੌਲੀ ਹਿੰਦੂ ਸ਼ਬਦ ਉਹਨਾਂ ਨੇ ਪਾਪੂਲਰ ਕਰਤਾ ਮੁਸਲਮਾਨਾਂ ਨੇ। ਇਹਨਾਂ ਨੇ ਦੇਖਿਆ ਵੀ ਹਿੰਦੂ ਤਾਂ ਸਾਨੂੰ ਵੀ ਕਹਿੰਦੇ ਆ, ਵੀ ਇਹਨਾਂ ਨੂੰ ਵੀ ਕਹਿੰਦੇ ਆ 85% ਲੋਕਾਂ ਨੂੰ। ਇਹਨਾਂ ਨੇ 1925 ਚੋਂ ਹਿੰਦੂ ਵਰਡ ਚੱਕ ਲਿਆ। ਸਨਾਤਨੀ ਲੋਕਾਂ ਨੇ, ਬਾਹਮਣਾਂ ਨੇ ਹਿੰਦੂ ਸ਼ਬਦ ਚੱਕ ਲਿਆ। ਇਹਨਾਂ ਨੇ ਕਿਹਾ ਵੀ ਹਿੰਦੂ ਸ਼ਬਦ ਦੇ ਥੱਲੇ 3.5% ਬੰਦੇ ਲੁਕ ਸਕਦੇ ਆ। 3.5% ਬੰਦੇ ਹਿੰਦੂ ਸ਼ਬਦ ਦੇ ਥੱਲੇ ਲੁਕ ਸਕਦੇ ਆ। ਸਾਰੇ ਭਾਰਤ ਦੇ ਲੋਕਾਂ ਨੂੰ ਹਿੰਦੂ ਕਹੋ ਤੇ ਹਿੰਦੂ ਦਾ ਪ੍ਰਚਾਰ ਨਹੀਂ ਕਰ ਸਕਦੇ ਉਹ ਵੇਦਾਂ ਸ਼ਾਸਤਰਾਂ ਵਿੱਚੋਂ, ਕਿਉਂਕਿ ਵੇਦਾਂ ਸ਼ਾਸਤਰਾਂ ਵਿੱਚ ਹਿੰਦੂ ਸ਼ਬਦ ਹੈ ਨਹੀਂ। ਤੇ ਨਾ ਪ੍ਰਚਾਰ ਕਰ ਸਕਦੇ ਆ ਵੀ ਤੂੰ ਭਾਈ ਛੋਟੀ ਜਾਤ ਦਾ ਆ, ਤੂੰ ਚੂੜਾ ਆ, ਤੂੰ ਚਮਾਰ ਆ, ਤੂੰ ਫਲਾਨਾ, ਤੂੰ ਧੈਮਕੜਾ ਆ, ਤੁਸੀਂ ਸਾਡੇ ਗੁਲਾਮ ਆ, ਤੇ ਇਦਾਂ ਦੀਆਂ ਗੱਲਾਂ ਕਰਕੇ ਤਾਂ ਤੁਸੀਂ ਹਿੰਦੂ ਬਣ ਨਹੀਂ ਸਕਦੇ। ਤੇ ਉਹਨਾਂ ਨੇ ਕਿਹਾ ਵੀ ਮੁਸਲਮਾਨਾਂ ਨੂੰ ਨਫ਼ਰਤ ਕਰੋ, ਪਾਕਿਸਤਾਨ ਨਾਲ ਦੁਸ਼ਮਣੀ ਰੱਖੋ, ਤੇ ਮੁਸਲਮਾਨ ਨਾਲ ਜਦੋਂ ਤੁਸੀਂ ਨਫ਼ਰਤ ਕਰੋਗੇ, ਜਿਹੜੇ ਨੌਨ ਮੁਸਲਮਾਨ ਲੋਕ ਹੈ ਉਹ ਤੁਹਾਡੇ ਹਿੰਦੂਇਜ਼ਮ ਦੇ ਹੱਕ ਵਿੱਚ ਖੜ ਜਾਓਗੇ। ਤੇ ਉਹ ਸਾਰੇ ਵੋਟਾਂ ਕਿਹਨਾਂ ਨੂੰ ਪਾਓਗੇ? ਬ੍ਰਾਹਮਣਾਂ, ਖੱਤਰੀਆਂ, ਬਾਣੀਆਂ ਨੂੰ। ਤੇ ਇਹ ਹੋ ਰਿਹਾ ਹੈ ਕੁਛ। ਮੁਸਲਮਾਨਾਂ ਨੂੰ ਭਾਰਤ ਦੇ ਵਿੱਚ ਨਫ਼ਰਤ ਕੀਤੀ ਜਾ ਰਹੀ ਆ।
ਤੇ ਮੁਸਲਮਾਨਾਂ ਤੋਂ ਵੀ ਉਹਨਾਂ ਦੇ ਲੀਡਰਾਂ ਨੂੰ ਵੀ ਡਰਾ ਕੇ ਆਪਣੇ ਨਾਲ ਜੋੜਿਆ ਆ, ਸਿੱਖਾਂ ਦੇ ਲੀਡਰਾਂ ਨੂੰ ਵੀ ਡਰਾ ਕੇ ਆਪਣੇ ਨਾਲ ਜੋੜਿਆ ਆ, SC ST OBC ਦੇ ਲੀਡਰਾਂ ਨੂੰ ਵੀ ਆਪਣੇ ਨਾਲ ਜੋੜਿਆ। ਕਾਂਗਰਸ ਨੇ, BJP ਨੇ, ਕਾਂਗਰਸ ਵੀ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਆ, BJP ਵੀ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਆ, ਆਮ ਆਦਮੀ ਪਾਰਟੀ ਵੀ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਆ। ਤੇ ਭਾਰਤ ਵਿੱਚ ਹਿੰਦੂ ਹੈ ਕੋਈ ਨਹੀਂ, ਹਿੰਦੂ ਨਾ ਕੋਈ ਸੰਵਿਧਾਨ ਹਿੰਦੂ ਨੂੰ ਧਰਮ ਨਹੀਂ ਮੰਨਦਾ। ਪਰ 3.5% ਬ੍ਰਾਹਮਣਾਂ ਨੂੰ ਇਸ ਚੀਜ਼ ਦਾ ਫਾਇਦਾ ਹੋਇਆ। ਕਿਉਂ ਫਾਇਦਾ ਹੋਇਆ? ਕਿਉਂਕਿ ਸਿੱਖ ਵੀ ਸਿੱਖ ਬਣ ਕੇ ਜਾਤ ਪਾਤ ਦੀ ਪ੍ਰੈਕਟਿਸ ਕਰਦਾ, ਮੁਸਲਮਾਨ ਬਣ ਕੇ ਜਾਤ ਪਾਤ ਦੀ ਪ੍ਰੈਕਟਿਸ ਕਰਦਾ, ਈਸਾਈ ਬਣ ਕੇ ਜਾਤ ਪਾਤ ਦੀ ਪ੍ਰੈਕਟਿਸ ਕਰਦਾ, ਬੋਧੀ ਬਣ ਕੇ ਜਾਤ ਪਾਤ ਦੀ ਪ੍ਰੈਕਟਿਸ ਕਰਦਾ। ਤੇ ਤੁਸੀਂ ਪ੍ਰੈਕਟਿਸ ਬ੍ਰਾਹਮਣ ਦੀ ਗੁਲਾਮਾਂ ਦੀ ਕਰਦੇ ਆ। ਬ੍ਰਾਹਮਣ ਦੇ ਗੁਲਾਮ ਕੌਣ ਸੀ? 85%, 6743 ਜਾਤਾਂ ਵਾਲੇ। ਤੇ ਤੁਸੀਂ ਜਾਤ ਮੰਨਦੇ ਆ, ਤੁਸੀਂ ਹਿੰਦੂਇਜ਼ਮ ਦੀ ਪ੍ਰੈਕਟਿਸ ਕਰਦੇ। ਬੇਸ਼ੱਕ ਦੀ ਤੁਸੀਂ ਧਰਮ ਅਪਣਾਇਓ ਆ, ਬੇਸ਼ੱਕ ਦੀ ਤੁਸੀਂ ਧਰਮ ਅਪਣਾਇਓ ਆ, ਪਰ ਤੁਸੀਂ ਪ੍ਰੈਕਟਿਸ ਜਿਹੜੀ ਆ ਉਹਦੀ ਗੁਲਾਮੀ ਦੀ ਕਰਦੇ ਆ। ਤੇ ਬ੍ਰਾਹਮਣ ਨੇ ਸੋਚਿਆ ਵੀ ਜਦੋਂ ਪ੍ਰੈਕਟਿਸ ਹੀ ਇਹ ਸਾਡੇ ਧਰਮ ਦੀ ਕਰਦੇ ਆ, ਸਾਡੀ ਗੁਲਾਮੀ ਦੀ ਕਰਦੇ ਆ, ਕਿਉਂ ਨਾ ਅਸੀਂ ਵੀ ਹਿੰਦੂ ਸ਼ਬਦ ਦੇ ਥੱਲੇ ਲੁਕ ਜਾਈਏ, ਕਿਉਂ ਨਾ ਇਹਨਾਂ ਨੂੰ ਵੀ ਹਿੰਦੂ ਕਹੋ, ਕਿਉਂਕਿ ਜਾਂ ਪ੍ਰੈਕਟਿਸ ਇਸ ਚੀਜ਼ ਦੀ ਕਰਦੇ ਆ। ਤੇ ਉਹਨਾਂ ਨੇ ਪੋਲਰਾਈਜੇਸ਼ਨ ਦੀ ਨੀਤੀ ਅਪਣਾਈ ਕਿ ਪਾਕਿਸਤਾਨ ਨੂੰ ਮੁਸਲਮਾਨ ਕੰਟਰੀ ਆ, ਉਹਨਾਂ ਨਫ਼ਰਤ ਖੜੀ ਕਰ ਦੋ, ਬਾਰਡਰਾਂ ਤੇ ਟੈਨਸ਼ਨ ਰੱਖੋ, ਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਓ। ਭਾਰਤ ਦੇ ਮੁਸਲਮਾਨਾਂ ਨੂੰ ਨਫ਼ਰਤ ਕਰੋ ਡਟ ਕੇ ਕਿ ਮੁਸਲਮਾਨਾਂ ਤੋਂ ਖਤਰਾ। ਪਾਕਿਸਤਾਨ ਜਿਹੜਾ ਆ ਉਹ ਮੁਸਲਮਾਨਾਂ ਨੂੰ ਹਥਿਆਰ ਸਪਲਾਈ ਕਰਦਾ, ਉਹਨਾਂ ਦੀਆਂ ਅਲੱਗ-ਅਲੱਗ ਜਥੇਬੰਦੀਆਂ ਬਣਾ ਕੇ, ਤੇ ਸਿੱਖਾਂ ਨੂੰ ਵੀ ਆਪਣੇ ਨਾਲ ਜੋੜੀ ਜਾਂਦਾ, ਈਸਾਈਆਂ ਨੂੰ, ਸਾਰਿਆਂ ਨੂੰ ਆਪਣੇ ਨਾਲ ਜੋੜੀ ਜਾਂਦਾ ਉਹ। ਤੇ ਉਹ ਭਾਰਤ ਦਾ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਤੁਰਿਆ ਆ ਪੋਲਰਾਈਜੇਸ਼ਨ ਨੀਤੀ ਦੇ ਅਧੀਨ। ਤੇ ਜਦੋਂ ਸਿੱਖਾਂ ਨੂੰ ਕੁੱਟਣਾ ਸੀ, ਉਹਨੇ ਖਾਲਿਸਤਾਨ ਵਰਸਸ ਹਿੰਦੁਸਤਾਨ ਕਹਿਤਾ। ਹਿੰਦੁਸਤਾਨ ਫੇਰ ਕੈਸ਼ ਕਰ ਗਿਆ ਆਪਣਾ ਉਹ। ਜਦੋਂ ਕਿ ਦੇਸ਼ ਦਾ ਨਾਮ ਇੰਡੀਆ, ਭਾਰਤ ਆ, ਸੰਵਿਧਾਨ ਕਹਿੰਦਾ। ਹਿੰਦੁਸਤਾਨ ਦੇਸ਼ ਦਾ ਨਾਂ ਨਹੀਂ। ਸਿੱਖ ਡਰਦੇ ਹਿੰਦੁਸਤਾਨ ਕਹੀ ਜਾਂਦੇ ਆ, ਮੁਸਲਮਾਨ ਡਰਦੇ ਹਿੰਦੁਸਤਾਨ ਕਹੀ ਜਾਂਦੇ ਆ, ਈਸਾਈ ਬੋਧੀ ਡਰਦੇ ਹਿੰਦੁਸਤਾਨ ਕਹੀ ਜਾਂਦੇ ਆ। ਕਿਉਂ? ਕਿਉਂਕਿ ਉਹਨੇ ਉਹ ਹਿੰਦੂ ਰਾਸ਼ਟਰ 3.5% ਲੋਕ ਭਾਰਤ ਦਾ ਬਣਾਉਣਾ ਚਾਹੁੰਦੇ ਆ। ਉਹਨੇ ਡਰਾ ਕੇ ਪੋਲਰਾਈਜੇਸ਼ਨ ਦੀ ਨੀਤੀ ਦੇ ਅਧੀਨ ਤੁਹਾਨੂੰ ਆਪਣੇ ਨਾਲ ਜੋੜਿਆ ਆ। ਪਾਕਿਸਤਾਨ ਮੁਸਲਮਾਨ ਕੰਟਰੀ ਆ, ਉਹਦੇ ਨਾਲ ਕਸ਼ਮੀਰ ਦਾ ਮਸਲਾ ਬਣਾਇਆ, ਕਸ਼ਮੀਰ ਹਮ ਲੈ ਕੇ ਰਹੇਂਗੇ। ਅਗਰ ਕਸ਼ਮੀਰ ਲੈਣਾ ਸੀ 1971 ਵਿੱਚ ਕਿਉਂ ਨਹੀਂ ਲਿਆ? ਇਹਨੇ ਇੰਨਾ ਏਰੀਆ ਜਿੱਤ ਲਿਆ, ਉਹਨਾਂ ਨੇ 90,000 ਫੌਜੀ ਅਰੈਸਟ ਕਰ ਲਿਆ, ਬੰਗਲਾਦੇਸ਼, ਪਾਕਿਸਤਾਨ ਤੋੜਤਾ, ਬੰਗਲਾਦੇਸ਼ ਬਣਾ ਦਿੱਤਾ। ਉਸ ਵੇਲੇ ਕਸ਼ਮੀਰ ਕਿਉਂ ਨਹੀਂ ਲਿਆ? ਕਿਉਂਕਿ ਕਸ਼ਮੀਰ ਨਹੀਂ ਚਾਹੁੰਦੇ, ਇਹ ਤੁਹਾਨੂੰ ਗੁਲਾਮ ਰੱਖਣਾ ਚਾਹੁੰਦੇ ਆ। ਪਾਕਿਸਤਾਨ ਦੀ ਪੋਲਰਾਈਜੇਸ਼ਨ ਦੀ ਰਾਜਨੀਤੀ ਦੇ ਨਾਲ, ਜਿੱਦਾਂ ਤੁਸੀਂ ਕਦੇ ਬਾਂਟੇ ਖੇਡੇ ਹੋਣੇ ਆ, ਜਿਹੜਾ ਬਾਂਟੇ ਖੇਡਦੇ ਹੁੰਦੇ ਸੀ ਵੀ ਬਾਂਟੇ 'ਚ ਉਂਗਲੀ ਨਾਲ ਬਾਂਟਾ ਮਾਰਨਾ ਤੇ ਆਪਣਾ ਬਾਂਟਾ ਵੀ ਖੁੱਤੀ ਵੱਲ ਨੂੰ ਜਾਵੇ। ਉਹ ਜਿਹੜੀ ਗੋਲ ਨਹੀਂ ਹੁੰਦੀ ਖੁੱਤੀ, ਵੀ ਉਹਦੇ ਵੱਲ ਨੂੰ ਬਾਂਟਾ ਜਾਵੇ, ਬਾਂਟੇ 'ਚ ਬਾਂਟਾ ਮਾਰ ਕੇ ਆਪਣਾ ਬਾਂਟਾ ਖੁੱਤੀ ਵੱਲ ਨੂੰ ਲੈ ਕੇ ਆਉਣਾ। ਇਦਾਂ ਹੀ ਇਹ ਨੀਤੀ ਆ ਪੋਲਰਾਈਜੇਸ਼ਨ ਦੀ ਕਿ ਪਾਕਿਸਤਾਨ ਨੂੰ ਹੇਟ ਕਰਨੀ ਆ, ਲੋਕਾਂ ਦੇ ਵਿੱਚ ਟੈਰਰ ਪੈਦਾ ਕਰਕੇ ਭਾਰਤ ਦਾ ਹਿੰਦੂ ਰਾਸ਼ਟਰ ਬਣਾਉਣਾ, ਭਾਰਤ ਦੇ ਲੋਕਾਂ ਨੂੰ ਗੁਲਾਮ ਕਰਨਾ ਆਪਣੇ। ਜਦੋਂ ਕਿ ਜਿਹੜੇ ਪਾਕਿਸਤਾਨ ਦੇ ਲੋਕ ਆ, ਮੁਸਲਮਾਨ ਆ, ਜਿਹੜੇ 6-7 ਕਰੋੜ ਜੱਟ ਮੁਸਲਮਾਨ ਆ ਭਾਰਤ ਦੇ, ਪਾਕਿਸਤਾਨ ਦੇ ਵਿੱਚ, ਉਹ ਜੱਟ ਕਿਹੜੇ ਆ? ਜਿਹੜੇ ਪੰਜਾਬ ਦੇ ਜੱਟ, ਜਾਟ ਜਾਤ ਦੇ ਉਹ ਲੋਕ ਆ, ਭਾਰਤ ਦੇ ਮੂਲ ਵਾਸੀ ਆ। ਉਹ ਸਾਰੇ ਹੀ ਸਿੰਧੂ ਘਾਟੀ ਦੇ ਸੱਭਿਅਤਾ ਦੇ ਲੋਕ ਆ। ਮੋਹਨਜੋਦੜੋ ਜਿਹੜੀ ਹੜੱਪਾ ਆਪਣੀ ਸੱਭਿਅਤਾ ਸੀ ਸਾਰਿਆਂ ਦੀ, ਉਹ ਲੋਕ ਆ, ਉਹਨਾਂ ਦੇ ਗੋਤ ਵੀ ਸਾਡੇ ਨਾਲ ਮਿਲਦੇ ਆ। ਪਰ ਉਹਨਾਂ ਨੇ ਧਰਮ ਮੁਸਲਮਾਨ ਅਪਣਾ ਲਿਆ, ਜਿੱਦਾਂ ਭਾਰਤ ਦੇ ਲੋਕਾਂ ਨੇ ਮੁਸਲਮਾਨ ਧਰਮ ਅਪਣਾ ਲਿਆ, ਕਈ ਭਾਰਤ ਦੇ ਲੋਕਾਂ ਨੇ ਸਿੱਖ ਧਰਮ ਅਪਣਾ ਲਿਆ, ਕਈ ਭਾਰਤ ਦੇ ਲੋਕਾਂ ਨੇ ਈਸਾਈ ਬਣ ਗਏ, ਕਈ ਬੋਧੀ ਬਣ ਗਏ, ਕਈ ਜੈਨੀ ਬਣ ਗਏ। ਇਦਾਂ ਹੀ ਉਹ ਭਾਰਤ ਦੇ ਲੋਕੀ ਜਿਹੜੀ ਮੋਹਨਜੋਦੜੋ ਹੜੱਪਾ ਸਾਡੀ ਸਿੰਧੂ ਘਾਟੀ ਦੀ ਸੱਭਿਅਤਾ ਸੀ, ਉਹਦੇ ਉਹ ਮੁਸਲਮਾਨ ਬਣ ਗਏ। ਤੇ 1947 ਸਾਡੇ ਨਾਲ ਅਲੱਗ ਹੋ ਗਏ। ਪਰ ਉਹ ਹੈ ਤਾਂ ਸਾਡੇ ਸਕੇ ਭਰਾ ਆ ਨਾ, ਬ੍ਰਾਹਮਣ ਨੂੰ ਵੀ ਪਤਾ ਸਾਡੇ ਸਕੇ ਭਰਾ ਆ। ਪਰ ਉਹ ਤੁਹਾਡੇ ਸਕੇ ਭਰਾਵਾਂ ਵਿੱਚ ਪਾੜਾ ਪਾ ਕੇ ਭਾਰਤ ਦਾ ਹਿੰਦੂ ਰਾਸ਼ਟਰ ਬਣਾ ਰਿਹਾ ਪੋਲਰਾਈਜੇਸ਼ਨ ਨੀਤੀ ਦੇ ਅਧਾਨ। ਜਿਹੜੇ ਭਾਰਤ ਦੇ ਮੁਸਲਮਾਨਾਂ ਨੂੰ ਵੀ ਨਫ਼ਰਤ ਕਰੀ ਜਾਂਦਾ, ਪਾਕਿਸਤਾਨ ਦੇ ਮੁਸਲਮਾਨਾਂ ਨੂੰ ਵੀ ਨਫ਼ਰਤ ਕਰੀ ਜਾਂਦਾ। ਤੇ ਉੱਦਾਂ ਲੀਡਰ ਆਪਸ ਵਿੱਚ ਹੀ ਮਿਲਦੇ ਆ, ਤੇ ਉੱਦਾਂ ਇਹ ਚਾਹ ਪਾਣੀ ਪੀਂਦਾ ਜਾ ਕੇ ਮੋਦੀ ਉਹਨਾਂ ਦੇ, ਬਿਨਾਂ ਦੱਸੇ ਤੋਂ ਉੱਥੇ ਜਹਾਜ਼ ਉਤਰ ਜਾਂਦਾ। ਉਹਨਾਂ ਲੀਡਰਾਂ ਨਾਲ ਇਹਨਾਂ ਦੀ ਪੂਰੀ ਗੱਲ ਬੱਲੇ ਬੱਲੇ ਆ, ਕਿਉਂਕਿ ਲੀਡਰਾਂ ਨੂੰ ਪਤਾ ਵੀ ਇਹ ਰਾਜਨੀਤੀ ਖੇਡਦੇ ਆ, ਪਰ ਪਬਲਿਕ ਦੁਸ਼ਮਣ ਬਣਾਈ ਆ। ਤੇ ਜਦੋਂ ਪੰਜਾਬੀ ਸਰਦਾਰ ਉੱਥੇ ਜਾਂਦੇ ਆ ਪਾਕਿਸਤਾਨ ਵਿੱਚ, ਉਹ ਜੱਫੀਆਂ ਪਾਉਂਦੇ ਆ। ਜਦੋਂ ਮੁਸਲਮਾਨ ਸਾਡੇ ਵਾਲਾਂ ਦੇ, ਅਸੀਂ ਜੱਫੀਆਂ ਪਾਉਂਦੇ ਆ। ਫਿਰ ਪੋਲਰਾਈਜੇਸ਼ਨ ਦੀ ਰਾਜਨੀਤੀ ਕੰਮ ਕਰ ਰਹੀ ਹੈ ਬੜੇ ਵਧੀਆ ਲੈਵਲ ਤੇ, ਕਿਉਂਕਿ ਪਾਕਿਸਤਾਨ ਦੀ ਸਰਕਾਰ ਵੀ ਮਿਲੀ ਉਹਨਾਂ ਦੇ,
ਨਾ ਉਹਨੇ ਸਾਡਾ ਕਸ਼ਮੀਰ ਲੈਣਾ ਤੇ ਨਾ ਅਸੀਂ ਉਹਨਾਂ ਦਾ ਕਸ਼ਮੀਰ ਲੈਣਾ। ਸਿਰਫ ਲੜਾਈ ਰਾਜਨੀਤੀ ਦੀ ਆ। ਭਾਰਤ ਦਾ ਹਿੰਦੂ ਰਾਸ਼ਟਰ ਬਣਾਉਣਾ, ਪਾਕਿਸਤਾਨ ਨੂੰ ਨਫ਼ਰਤ ਕਰਕੇ, ਭਾਰਤ ਦੇ ਮੁਸਲਮਾਨਾਂ ਨੂੰ ਨਫ਼ਰਤ ਕਰਕੇ। ਕਦੇ ਜਦੋਂ ਭਾਰਤ ਦੇ ਸਿੱਖ ਸਿਰ ਚੱਕਦੇ ਆ, ਬਗਾਵਤ ਕਰਦੇ ਆ, ਤੇ ਇਹਨਾਂ ਨੂੰ ਕੁਚਲਣ ਦੇ ਲਈ ਹਿੰਦੂ ਤੇ ਸਿੱਖ ਦਾ ਮਸਲਾ ਬਣਾ ਦਿੰਦੇ ਆ। ਫਿਰ ਸਿੱਖ ਅੱਤਵਾਦੀ, ਨਹੀਂ ਤਾਂ ਮੁਸਲਮਾਨ ਅੱਤਵਾਦੀ। ਤੇ ਜਦੋਂ ਦਲਿਤ ਚੱਕਦੇ ਆ ਤੇ ਦਲਿਤਾਂ ਨੂੰ ਕਹਿੰਦੇ ਆ ਵੀ ਇਹ ਦਲਿਤ ਆ, ਉਸ ਵੇਲੇ ਦਲਿਤ ਹਿੰਦੂ ਨਹੀਂ ਹੁੰਦਾ। ਜਦੋਂ ਪਟੇਲ, ਸ਼ਾਹ ਜਾਂ ਹਰਿਆਣੇ ਦਾ ਜਾਟ ਹੱਕ ਮੰਗਦਾ, ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦਾ ਵੀ ਮੇਰੀ ਹਿੱਸੇਦਾਰੀ ਦਿਓ, ਅਸੀਂ ਅਦਰ ਬੈਕਵਰਡ ਦੇ ਕਲਾਸਿਸ ਦੇ ਲੋਕ ਹਾਂ, ਉਦੋਂ 29-30 ਬੰਦੇ ਉਹਨਾਂ ਦੇ ਮਾਰ ਦਿੰਦੇ ਆ। ਉਦੋਂ ਜਿਹੜਾ ਆ ਜਾਟ ਹਿੰਦੂ ਨਹੀਂ ਹੁੰਦਾ, ਉਦੋਂ ਜਾਟ ਸ਼ੂਦਰ ਹੁੰਦਾ। ਉਦੋਂ ਜਾਟ ਹਿੰਦੂ ਨਹੀਂ ਹੁੰਦਾ। ਹਿੰਦੂ ਕਦੋਂ ਹੁੰਦਾ? ਜਦੋਂ ਬ੍ਰਾਹਮਣ ਦੀ ਹੈਲਪ ਕਰਦਾ ਹਿੰਦੂ ਰਾਸ਼ਟਰ ਬਣਾਉਣ ਦੇ ਲਈ, ਉਦੋਂ ਹਿੰਦੂ ਹੁੰਦਾ। ਸਿੱਖ ਹਿੰਦੂ ਉਦੋਂ ਆ ਜਦੋਂ ਸਿੱਖ ਬਾਦਲ ਹਿੰਦੂ ਆ, ਕੈਪਟਨ ਹਿੰਦੂ ਆ, KPS ਗਿੱਲ ਵਰਗੇ ਹਿੰਦੂ ਆ, ਜਿਹੜੇ ਉਹਨਾਂ ਦੇ ਰਾਜ ਭਾਗ ਦੀ ਗੱਲ ਕਰਦੇ, ਜਿਹੜੇ ਕਹਿੰਦੇ ਤੁਸੀਂ ਹਿੰਦੂ ਰਾਸ਼ਟਰ ਬਣਾਓ, ਅਸੀਂ ਤੁਹਾਡੇ ਨਾਲ ਹਾਂ, ਉਹ ਇਹ ਹਿੰਦੂ ਆ। ਪਰ ਜਿਹੜਾ ਬੰਦਾ ਕਹਿੰਦਾ ਨਹੀਂ ਅਸੀਂ ਤਾਂ ਰਾਜ ਲੈਣਾ, ਆਪਣਾ ਰਾਜ ਭਾਗ ਪੈਦਾ ਕਰਨਾ, ਸਾਡੇ ਗੁਰੂ ਸਾਹਿਬਾਨ ਜੰਗਾਂ ਲੜਦੇ ਆਏ, ਉਹ ਅੱਤਵਾਦੀ ਉਹਨਾਂ ਦੇ ਲਈ, ਉਹ ਵੱਖਵਾਦੀ ਆ। ਮੇਰੇ ਕਹਿਣ ਦਾ ਮਤਲਬ, ਤੁਸੀਂ ਬਹੁ ਗਿਣਤੀ ਲੋਕ, ਤੁਹਾਨੂੰ ਵੰਡ ਕੇ ਉਹ ਰਾਜ ਕਰਦਾ। ਕਦੇ ਤਾਂ ਹਿੰਦੂ ਸਿੱਖ ਦਾ ਮਸਲਾ ਬਣਾ ਦਿੰਦਾ, ਜਿਹੜੀ ਆ ਉਹ ਧਰੁਵੀਕਰਨ ਕਰਦਾ, ਸਿੱਖਾਂ ਨੂੰ ਬਹੁਤ ਵੱਡੇ ਅੱਤਵਾਦੀ ਬਣਾ ਦਿੰਦਾ। ਤੇ ਹਿੰਦ ਕਹਿੰਦਾ ਜੀ ਹੁਣ ਜਿਹੜੇ ਬੱਸਾਂ ਚੋਂ ਕੱਢ ਕੇ ਮਾਰੇ ਏਜੰਸੀਆਂ ਨੇ, ਉਹ ਕੀ ਉਹ ਬ੍ਰਾਹਮਣ ਸੀ, ਖੱਤਰੀ ਸੀ, ਵੈਸ ਸੀ? ਉਹ ਆਮ ਗਰੀਬ ਲੋਕ ਸੀ, ਕੋਨੇ ਮੋਨੇ ਪਿੰਡਾਂ ਦੇ ਗਰੀਬ ਲੋਕ, ਮਜ਼ਦੂਰ ਲੋਕ ਬੱਸਾਂ ਚੋਂ ਕੱਢ ਕੇ ਮਾਰਤੇ। ਤੇ ਬ੍ਰਾਹਮਣ ਕਹਿੰਦਾ ਹਿੰਦੂ ਮਾਰਤੇ, ਤੇ ਬ੍ਰਾਹਮਣ ਦਾ ਤਾਂ ਕੋਈ ਨੁਕਸਾਨ ਹੀ ਨਹੀਂ ਹੋਇਆ। ਨੁਕਸਾਨ ਕਿਹੜਾ ਹੋਇਆ? ਭਾਰਤ ਦੇ ਮੂਲ ਵਾਸੀ ਲੋਕਾਂ ਦਾ ਕੀਤਾ ਕਿਨ ਬ੍ਰਾਹਮਣ ਨੇ, ਤੇ ਕਹਿੰਦਾ ਉਹਨਾਂ ਨੂੰ ਹਿੰਦੂ ਆ। ਤੇ ਜਦੋਂ ਆਪ ਲੋੜ ਪੈਂਦੀ ਆ, ਉਹ ਆਪ ਵੀ ਮਾਰ ਦਿੰਦਾ, ਜਾਟਾਂ ਨੂੰ ਵੀ ਮਾਰ ਦਿੰਦਾ, ਸਿੱਖਾਂ ਨੂੰ ਵੀ ਮਾਰ ਦਿੰਦਾ, ਸਾਰਿਆਂ ਨੂੰ ਮਾਰ ਦਿੰਦਾ। ਉਹ ਮੇਰੇ ਕਹਿਣ ਦਾ ਮਤਲਬ ਇਹ ਬਹੁਤ ਵੱਡੀ ਰਾਜਨੀਤੀ ਹੈ ਮੇਰੇ ਵੀਰੋ। ਇਹ ਰਾਜਨੀਤੀ ਨੂੰ ਤੁਹਾਨੂੰ ਸਮਝਣਾ ਪੈਣਾ। ਸਿੱਖ ਤੁਹਾਡੇ ਭਰਾ ਸੀ, ਤੁਸੀਂ ਦਿੱਲੀ 'ਚ ਮਾਰੇ। RSS ਦੀ ਜਿਹੜੀ ਗੁੰਡਾ ਬ੍ਰਿਗੇਡ ਸੀ, ਉਹਦੇ ਵਿੱਚ ਭਾਰਤੀ ਦਾ ਭਾਰਤ ਦੇ ਮੂਲ ਵਾਸੀ ਆ, ਬ੍ਰਾਹਮਣ 'ਚ ਤਾਂ ਇੰਨੀ ਹਿੰਮਤ ਨਹੀਂ ਹੈਗੀ ਕਿ ਹਥਿਆਰ ਚੱਕ ਲਵੇ। ਤੇ ਤੁਸੀਂ ਮਾਰੇ, ਆਪਣੇ ਭਰਾਵਾਂ ਨੂੰ ਆਪ ਮਾਰਿਆ। ਮੁਸਲਮਾਨ ਤੁਹਾਡੇ ਆਪਣੇ ਭਰਾ, ਤੁਸੀਂ ਆਪ ਮਾਰਿਆ। ਦਲਿਤ ਤੁਹਾਡੇ ਆਪਣੇ ਭਰਾ, ਤੁਸੀਂ ਆਪ ਨਫ਼ਰਤ ਕਰਦੇ ਆ। ਤੇ ਤੁਸੀਂ ਸਕੇ ਭਰਾ ਆ। 6743 ਜਾਤਾਂ ਵਿੱਚ ਵੰਡੇ ਹੋਏ ਲੋਕ, ਚਾਹੇ ਮੁਸਲਮਾਨ ਆ, ਚਾਹੇ ਸਿੱਖ ਆ, ਚਾਹੇ ਬੋਧੀ ਆ, ਚਾਹੇ ਜੈਨੀ ਆ, ਤੁਹਾਡੇ ਚੋਂ ਹਿੰਦੂ ਕੋਈ ਵੀ ਨਹੀਂ ਹੈਗਾ। ਨਾ ਸੰਵਿਧਾਨ ਤੁਹਾਨੂੰ ਹਿੰਦੂ ਮੰਨਦਾ, ਸੰਵਿਧਾਨ ਤੁਹਾਨੂੰ ਮੰਨਦਾ SC ST OBC। OBC ਕੌਣ ਆ? ਅਦਰ ਬੈਕਵਰਡ ਕਲਾਸਿਸ ਦੇ ਲੋਕ, ਜਿਹੜੇ ਉੱਚੀਆਂ ਜਾਤਾਂ ਦੇ ਆਪਣੇ ਆਪ ਨੂੰ ਕਹਿੰਦੇ ਆ। ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਕੌਣ ਆ? ਜਿਹੜੇ ਦਲਿਤ ਹੈ। ਫੇ ਆ ਗਏ ਜਿਹੜੇ ਇਹਨਾਂ ਵਿੱਚੋਂ ਸਿੱਖ ਬਣੇ ਹੋ ਆ, ਬੋਧੀ ਬਣੇ ਹੋ ਆ, ਮੁਸਲਮਾਨ ਬਣੇ, ਈਸਾਈ ਬਣੇ ਹੋ ਆ। ਇਹ ਸਾਰੇ ਇੱਕ ਲੋਕ ਆ, ਹਿੰਦੂ ਤੁਹਾਡੇ ਚੋਂ ਕੋਈ ਵੀ ਨਹੀਂ। ਤੇ ਬ੍ਰਾਹਮਣ ਤੁਹਾਨੂੰ ਧੱਕੇ ਨਾਲ ਹਿੰਦੂ ਬਣਾ ਰਿਹਾ, ਮੁਸਲਮਾਨਾਂ ਨੂੰ ਨਫ਼ਰਤ ਕਰਕੇ, ਪੋਲਰਾਈਜੇਸ਼ਨ, ਧਰੁਵੀਕਰਨ ਦੀ ਨੀਤੀ ਅਪਣਾ ਕੇ। ਜਿੱਦਾਂ ਹੁਣ ਪੰਜਾਬ ਦੇ ਵਿੱਚੋਂ ਸਿੱਖ ਉੱਠੇ ਦਿੱਲੀ ਮੰਗਾ ਲੈਣ ਲਈ, ਉਹ ਕਹਿੰਦਾ ਖਾਲਿਸਤਾਨੀ ਇਹਨਾਂ ਵਿੱਚੋਂ ਛੁਪੇ ਹੋ, ਰੌਲਾ ਪਾਤਾ, ਕਿਉਂਕਿ ਸਾਰਾ ਮੀਡੀਆ ਉਹਨਾਂ ਦਾ। ਕਿਉਂਕਿ ਤੁਸੀਂ ਮੀਡੀਆ ਵੀ ਆਪਣਾ ਤਿਆਰ ਨਹੀਂ ਕੀਤਾ। ਤੁਸੀਂ ਸਿਰਫ ਧਰਮ ਨੂੰ ਪੂਜਦੇ ਆ, ਧਰਮ ਦੇ ਆਧਾਰ ਤੇ ਰਾਜ ਪੈਦਾ ਕਰਨ ਦੀ ਗੱਲ ਨਹੀਂ ਕਰਦੇ। ਤੁਸੀਂ ਅੱਖਾਂ ਮੀਟਣ ਦੇ ਧਰਮ ਸਮਝਦੇ ਆ, ਜਦੋਂ ਕੋਈ ਧਰਮ ਹੁੰਦਾ ਰਾਜ ਭਾਗ ਪੈਦਾ ਕਰਨਾ। ਤੁਸੀਂ ਮੀਡੀਆ ਨਹੀਂ ਪੈਦਾ ਕੀਤਾ, ਉਹਨਾਂ ਦੇ ਮੀਡੀਆ ਰੌਲਾ ਪਾਤਾ ਖਾਲਿਸਤਾਨੀ ਆ ਜੀ। ਤੇ ਉਹਨਾਂ ਨੇ ਤੁਹਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਜੇ ਟਕੈਤ ਨਾ ਹੁੰਦਾ ਤਾਂ ਤੁਸੀਂ ਮਾਰੇ ਜਾਣਾ ਸੀ। ਇੱਦਾਂ ਮੇਰੇ ਵੀਰੋ, ਉਹ ਮੁਸਲਮਾਨਾਂ ਨੂੰ ਨਫ਼ਰਤ ਪੈਦਾ ਕਰਕੇ ਬਾਕੀ ਲੋਕਾਂ ਨੂੰ ਹਿੰਦੂ ਬਣਾ ਦਿੰਦਾ, ਤੇ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ। ਪਾਕਿਸਤਾਨ ਦੇ ਨਾਲ ਉਹ ਵੈਰ ਇਸ ਕਰਕੇ ਕਰਦਾ ਕਿ ਭਾਰਤ ਦੇ ਲੋਕਾਂ ਨੂੰ ਹਿੰਦੂ ਬਣਾਈ ਰੱਖੇ, ਤੇ ਭਾਰਤ ਨੂੰ ਹਿੰਦੁਸਤਾਨ ਬਣਾਵੇ। ਪਾਕਿਸਤਾਨ ਨਾਲ ਸਾਡਾ ਕੋਈ ਕਸ਼ਮੀਰ ਦਾ ਰੌਲਾ ਨਹੀਂ, ਕਿਸੇ ਵੀ ਚੀਜ਼ ਦਾ ਰੌਲਾ ਨਹੀਂ। ਪਾਕਿਸਤਾਨ ਦੇ ਲੋਕ ਸਾਡੇ ਭਰਾ ਨੇ, ਉਹ ਸਾਨੂੰ ਪਿਆਰ ਕਰਦੇ, ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ। ਇਹ ਸਿਰਫ ਇੱਕ ਰਾਜਨੀਤੀ ਹੈ। ਅਗਰ ਇਹ ਰਾਜਨੀਤੀ ਨੂੰ ਤੁਸੀਂ ਤੋੜਨਾ ਚਾਹੁੰਦੇ ਆ, ਤੇ ਤੁਸੀਂ ਕਹੋ ਕਿ ਅਸੀਂ ਇੰਡਸ ਵੈਲੀ ਦੇ ਲੋਕ ਹਾਂ, ਅਸੀਂ ਮੋਹਨਜੋਦੜੋ, ਹੜੱਪਾ ਜਿਹੜੀ ਸੱਭਿਅਤਾ ਆ, ਅਸੀਂ ਉਹਦੇ ਲੋਕ ਹਾਂ, ਅਸੀਂ ਇੱਕ ਲੋਕ ਹਾਂ। ਅਸੀਂ ਪਾਕਿਸਤਾਨ, ਬੰਗਲਾਦੇਸ਼, ਇੰਡੀਆ, ਇਹ ਸਾਡਾ ਖਿੱਤਾ ਆ। ਤੇ ਜਿਹੜਾ ਵਿਦੇਸ਼ੀ ਭਾਰਤ ਤੇ ਰਾਜ ਕਰਦਾ, ਇਹ ਆਊਟ ਹੋ ਜਾਵੇ। ਜਿਹੜਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ, ਇਹ ਆਊਟ ਹੋ ਜਾਵੇ। ਇਸ ਦੇਸ਼ ਦਾ ਨਹੀਂ, ਇਹ ਵਿਦੇਸ਼ੀ ਆ, ਇਹ ਇਜ਼ਰਾਈਲੀ ਆ, ਇਹ ਕਨਾਨ ਤੋਂ ਆਏ ਆ, ਇਹ ਬੁੱਤ ਪੂਜਕ ਨੇ। ਇਸ ਤਰੀਕੇ ਨਾਲ ਤੁਹਾਨੂੰ ਇਹ ਪੋਲਰਾਈਜੇਸ਼ਨ ਦੀ ਜਿਹੜੀ ਰਾਜਨੀਤੀ ਆ, ਇਹਨੂੰ ਤੋੜਨਾ ਪੈਣਾ।
ਪਾਕਿਸਤਾਨ ਬਾਰਡਰ ਤੇ ਜਾ ਕੇ ਉਹਨਾਂ ਨਾਲ ਫਰੈਂਡਸ਼ਿਪ ਕ੍ਰੀਏਟ ਕਰਨੀ ਪੈਣੀ ਆ। ਜਿਹੜੀ ਤੁਹਾਡੀ ਫੋਰਨ ਪਾਲਿਸੀ ਆ ਜਿਹੜੀ ਤੁਹਾਡੀ ਉਹ ਬਦਲਣੀ ਪੈਣੀ ਆ। ਪਾਕਿਸਤਾਨ ਗੁਆਂਢੀ ਕੰਟਰੀਆਂ ਨਾਲ ਤੁਹਾਨੂੰ ਪਿਆਰ ਵਧਾਉਣਾ ਪੈਣਾ, ਕਿਉਂਕਿ ਇਹ ਸਾਰੇ ਲੋਕ ਮੋਹਨ ਜੋਦੜੋ ਹੜੱਪਾ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਆ। 3.5% ਲੋਕ ਤੁਹਾਨੂੰ ਵੰਡ ਕੇ ਤੁਹਾਡੇ ਤੇ ਰਾਜ ਕਰਨਾ ਚਾਹੁੰਦੇ ਆ। ਤੁਹਾਡੇ ਹੀ ਭਰਾਵਾਂ ਨੂੰ ਤੁਹਾਡੇ ਤੋਂ ਨਫ਼ਰਤ ਕਰਾਈ ਜਾਂਦੇ ਆ ਤੇ ਤੁਹਾਨੂੰ ਵੀ ਮਾਰੀ ਜਾਂਦੇ, ਉਹਨਾਂ ਨੂੰ ਵੀ ਮਾਰੀ ਜਾਂਦੇ ਆ। ਸਿੱਖਾਂ ਤੋਂ ਹਿੰਦੂਆਂ ਨੂੰ ਖਤਰਾ ਤੇ ਤੁਹਾਨੂੰ ਆਪੇ ਬੱਸਾਂ ਚੋਂ ਕੱਢ ਕੇ ਮਾਰ ਦਿੱਤਾ। ਕੌਣ ਮਰੇ? ਤੁਸੀਂ ਮਰੇ, ਬਾਹਮਣ ਥੋੜਾ ਮਰਿਆ। ਇੱਥੇ ਕਿੱਥੇ ਬੋਦੀ ਵਾਲਾ ਮਰਿਆ? ਤੁਸੀਂ ਮਰੇ ਆ, ਮੋਨੇ ਕੋਨੇ। ਤੇ ਫਿਰ ਸਿੱਖਾਂ ਦੇ ਮਿਲਟਰੀ ਚਾੜ ਦਿੱਤੀ। ਉਹ ਸਿੱਖਾਂ ਦੇ ਮਿਲਟਰੀ ਵਿੱਚ ਕੌਣ ਸੀ? ਉੱਥੇ ਵੀ ਤੁਸੀਂ ਸੀ। ਜੇ ਹਰਮੰਦਰ ਸਾਹਿਬ ਵਿੱਚ ਤੁਸੀਂ ਗਏ ਆ, ਗੋਲੀ ਚਲਾਉਣ ਵਾਲੇ ਭਿੰਡਰਾਂ ਵਾਲੇ ਉਹ ਵੀ ਤੁਸੀਂ ਸੀ, ਤੇ ਜਿਹੜੇ ਫੌਜੀ ਸੀ ਉਹ ਵੀ ਤੁਸੀਂ ਸੀ। ਬ੍ਰਾਹਮਣ ਤਾਂ ਉੱਥੇ ਹੈ ਨਹੀਂ ਸੀ। ਤੁਸੀਂ ਆਪਣੇ ਲੋਕਾਂ ਨੂੰ ਮਾਰ ਰਹੇ ਆ। ਇਹ ਪੋਲਰਾਈਜੇਸ਼ਨ ਦੀ ਨੀਤੀ ਦੇ ਅਧੀਨ ਬ੍ਰਾਹਮਣ ਸਾਰਾ ਕੁਝ ਕਰਾ ਰਿਹਾ। ਤੁਹਾਡੇ ਹੀ ਲੋਕਾਂ ਨੂੰ ਤੁਹਾਡੇ ਤੋਂ ਮਰਾ ਰਿਹਾ। ਜੇ 5 ਭਰਾ ਆ ਸੀ, 5 ਭਰਾਵਾਂ ਵਿੱਚੋਂ ਜੇ 2 ਜਣੇ ਮੁਸਲਮਾਨ ਬਣ ਜਾਣ, ਇੱਕ ਈਸਾਈ ਬਣ ਜਾਵੇ, ਇੱਕ ਬੋਧੀ ਬਣ ਜਾਵੇ, ਕੀ ਸਾਨੂੰ ਮਾਰਨਾ ਚਾਹੀਦਾ ਆਪਸ ਵਿੱਚ? ਕੀ ਸਾਨੂੰ ਮਾਰਨਾ ਚਾਹੀਦਾ? ਇਦਾਂ ਹੀ ਭਾਰਤ ਦੇ ਲੋਕ ਸਾਰੇ ਭਰਾ ਆ, ਭਾਰਤ ਦੇ ਲੋਕ ਆ। ਮੋਹਨ ਜੋਦੜੋ ਹੜੱਪਾ ਸੱਭਿਅਤਾ ਦੇ ਲੋਕ ਕੀ ਆ, ਸਿੰਧੂ ਘਾਟੀ ਦੇ ਸੱਭਿਅਤਾ ਦੇ ਲੋਕੀ ਆ। ਜਿਹੜਾ ਬ੍ਰਾਹਮਣ ਹੈ, ਵਿਦੇਸ਼ੀ ਆ, ਬਾਹਰੋਂ ਆਇਆ, ਬਾਹਰੋਂ ਆ ਕੇ ਸਾਨੂੰ ਜਾਤ ਪਾਤ ਵਿੱਚ ਵੰਡ ਦਿੱਤਾ, ਊਚ ਨੀਚ ਵਿੱਚ ਵੰਡ ਦਿੱਤਾ ਤੇ ਸਾਡੇ ਤੇ ਰਾਜ ਕਰਨ ਲੱਗ ਪਿਆ ਤੇ ਹਿੰਦੂ ਰਾਸ਼ਟਰ ਬਣਾ ਕੇ ਵੇਦਾਂ ਸ਼ਾਸਤਰਾਂ ਨੂੰ ਲਾਗੂ ਕਰਨਾ ਚਾਹੁੰਦਾ, ਅਨਪੜ੍ਹ ਰਹਿਣਾ ਸਾਡਾ ਧਰਮ ਬਣਾਉਣਾ ਚਾਹੁੰਦਾ। ਤੇ ਇਹ ਸਾਡੇ ਨਾਲ ਰਾਜਨੀਤੀ ਖੇਡਦਾ। ਇਹ ਅੱਜ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ਾ ਕਰਨ ਫਿਰਦਾ। ਕਹਿੰਦਾ ਜ਼ਮੀਨਾਂ ਤੇ ਕਾਰਪੋਰੇਟ ਘਰਾਣੇ ਦੇ ਕਬਜ਼ੇ ਕਰਾਉਣੇ ਤਾਂ ਕਿ ਵਰਨ ਵਿਵਸਥਾ ਦੁਆਰਾ ਚਲਾਈ ਜਾ ਸਕੇ। ਤੇ ਬਲਾਤਕਾਰ ਵੱਧ ਰਹੇ ਆ ਤੇ ਸਾਡੀਆਂ ਧੀਆਂ ਭੈਣਾਂ ਦਿਨੇ ਚੱਕ ਲਈਆਂ ਜਾਂਦੀਆਂ। ਸਾਡੇ ਲੋਕਾਂ ਨੂੰ ਕਹਿ ਕੇ ਚੁਕਾ ਦਿੰਦੇ, ਕਿਉਂ? ਸਾਡੇ ਲੋਕਾਂ 'ਚੋਂ ਲੋਕ ਖਰੀਦੇ ਉਹਨੇ। ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਹੈ। ਬਾਦਲ ਤੁਹਾਡਾ ਸੀ ਪਰ ਉਹਨੇ ਖਰੀਦ ਲਿਆ। KPS ਗੱਲ ਤੁਹਾਡਾ ਸੀ, ਕੈਪਟਨ ਤੁਹਾਡਾ। ਇੱਦਾਂ ਹੀ ਦਲਿਤਾਂ ਵਿੱਚੋਂ ਖਰੀਦੇ ਆ, ਇੱਦਾਂ ਹੀ ਮੁਸਲਮਾਨਾਂ ਵਿੱਚੋਂ ਖਰੀਦੇ ਆ। ਤੁਹਾਡੇ ਵਿੱਚੋਂ ਤੁਹਾਡੇ ਬੰਦੇ ਖਰੀਦ ਕੇ ਤੁਹਾਡੇ ਛਿੱਤਰ ਪਾਉਂਦਾ। ਇਹ ਆ ਰਾਜਨੀਤੀ। ਇਹ ਵੀ ਪੋਲਰਾਈਜੇਸ਼ਨ ਦਾ ਹਿੱਸਾ ਆ। ਇਸ ਤਰੀਕੇ ਨਾਲ ਇਹਨੂੰ ਜੇ ਤੋੜਨਾ ਆ, ਤੁਹਾਨੂੰ ਜਿਹੜਾ ਪਿਆਰ ਭਾਵਨਾ ਵਧਾਉਣੀ ਪੈਣੀ ਆ, ਇਹ ਨੀਤੀ ਸਮਝਣੀ ਪੈਣੀ ਆ। ਹੁਣ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਬੈਠੇ ਆ, 32 ਕਿਸਾਨ ਜਥੇਬੰਦੀਆਂ, 40 ਉਹਨਾਂ ਦੇ ਲੀਡਰ ਤੇ ਭਾਰਤ ਵਿੱਚ ਮੂਵਮੈਂਟ ਚੱਲੀ ਆ ਤੇ ਉਹਨਾਂ ਲੀਡਰਾਂ ਨੂੰ ਕਈ ਵਾਰੀ ਬੇਨਤੀ ਕੀਤੀ ਆ ਵੀ ਤੁਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਹਿੰਦੇ ਆ, ਵੀ ਇਹਦੇ ਵਿੱਚ ਮਜ਼ਦੂਰਾਂ ਲਈ ਕੀ ਆ? ਕੀ ਤੁਸੀਂ ਮਜ਼ਦੂਰਾਂ ਨੂੰ ਫਿਰ ਗੁਲਾਮ ਰੱਖਣਾ ਚਾਹੁੰਦੇ? ਬਾਅਦ 'ਚ ਉਹਨਾਂ ਨੂੰ ਕਿਹਾ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਆ ਪਿੰਡਾਂ ਦੇ ਵਿੱਚ, ਉਹਨਾਂ ਦੇ ਜਿਹੜੇ ਕਬਜ਼ੇ ਆ ਉਹ ਦਲਿਤਾਂ ਨੂੰ ਮੰਗ ਰੱਖੋ ਕਿ ਉਹ ਸਰਕਾਰਾਂ ਨੂੰ ਕਹੋ ਵੀ ਉਹ ਦਲਿਤਾਂ ਨੂੰ ਦਿੱਤੀਆਂ ਜਾਣ। ਕਿਉਂਕਿ ਜਦੋਂ ਦਲਿਤ ਇਹਨਾਂ ਦੇ ਖੇਤਾਂ ਦੇ ਵਿੱਚ ਜਾਂਦੇ ਆ ਪੱਠੇ ਲੈਣ ਜਾਂ ਕੰਮ ਕਰਨ, ਤਾਂ ਇੱਥੇ ਇਹ ਸਕੇ ਭਰਾ ਉਹ ਆਪ ਜ਼ਗੀਰਦਾਰ ਬਣ ਜਾਂਦਾ ਤੇ ਉਹਨਾਂ ਦੀਆਂ ਧੀਆਂ ਭੈਣਾਂ ਤੇ ਅੱਖ ਰੱਖਦੇ ਆ ਗਲਤ, ਤੇ ਫਿਰ ਉਹਨਾਂ ਦਾ ਸ਼ੋਸ਼ਣ ਕਰਦੇ ਆ, ਉਹਨਾਂ ਦੇ ਮਜ਼ਦੂਰਾਂ ਦਾ, ਜਿਹੜੇ ਅੱਜ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦੇ ਆ। ਤੁਸੀਂ ਹੀ ਆਪਣੇ ਲੋਕਾਂ ਦਾ ਸ਼ੋਸ਼ਣ ਕਰਦੇ ਆ, ਤੁਸੀਂ ਹੀ ਆਪਣੇ ਲੋਕਾਂ ਨੂੰ ਮਾਰਦੇ ਆ। ਜਿੱਦਾਂ ਮਿਲਟਰੀ ਵੀ ਤੁਹਾਡੀ ਆ ਤੇ ਹਰਮੰਦਰ ਸਾਹਿਬ ਵਿੱਚ ਵੀ ਤੁਸੀਂ ਸੀਗੇ, ਤੁਸੀਂ ਆਪਣੇ ਲੋਕਾਂ ਨੂੰ ਮਾਰਿਆ। ਹੁਣ ਜਿਹੜੇ ਖੇਤਾਂ ਦੇ ਮਾਲਕ ਉਹ ਵੀ ਤੁਹਾਡੇ ਸਕੇ ਭਰਾ ਆ ਤੇ ਮਜ਼ਦੂਰ ਇਹ ਵੀ ਤੁਸੀਂ ਸਕੇ ਆ। ਪਰ ਮਜ਼ਦੂਰ ਜਦੋਂ ਖੇਤਾਂ ਦੇ ਮਾਲਕ ਦੇ ਜਾਂਦਾ ਤੇ ਉਹ ਖੇਤਾਂ ਦੇ ਮਾਲਕ ਨੂੰ ਨੀਵੀਂ ਜ਼ਿਆਦਾ ਲੱਗਣ ਲੱਗ ਪੈਂਦਾ। ਫਿਰ ਜੇ ਪੰਚਾਇਤੀ ਜ਼ਮੀਨਾਂ ਇਹਨਾਂ ਮਜ਼ਦੂਰਾਂ ਦੇ ਕੋਲ ਹੋ ਗਈਆਂ, ਆਪਣੇ ਖੇਤਾਂ ਵਿੱਚ ਆਪਣੀ ਫਸਲ ਉਗਾਉਗੇ ਸਾਂਝੀ ਤੇ ਪੱਠੇ ਲੈ ਕੇ ਆਉਗੇ, ਤਾਂ ਇਹ ਲੋਕ ਵੀ, ਇਹਨਾਂ ਦਾ ਵੀ ਸ਼ੋਸ਼ਣ ਨਾ ਹੋਊਗਾ, ਤੁਹਾਡਾ ਪਿਆਰ ਵਧੂਗਾ ਤੇ ਤੁਹਾਡੇ ਗਾਹਾਂ ਆਉਣ ਵਾਲੇ ਸਮੇਂ 'ਚ ਰਾਜ ਭਾਗ ਵਧੀਆ ਪੈਦਾ ਹੋਊਗਾ। ਕਿਉਂਕਿ ਅੱਜ ਜਿਹੜਾ ਕਿਸਾਨ ਹੈ, ਚਾਹੇ ਉਹ 2.5 ਏਕੜ ਦਾ ਮਾਲਕ ਆ, ਚਾਹੇ 50 ਏਕੜ ਦਾ ਮਾਲਕ ਆ, ਇਹ ਭਾਰਤ ਦੇ ਵਿੱਚ ਇਹ ਦੂਜੇ ਜਿਹੜੇ ਕੋਈ ਨਹੀਂ ਜ਼ਮੀਨ ਉਹਨੂੰ ਐਵੇਂ ਸਮਝਦਾ, ਕੀੜਾ ਮਕੌੜਾ ਸਮਝਦਾ। ਇਹ ਸੱਚਾਈ ਆ। ਔਰ ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਦਾ ਤੇ ਦੂਜਿਆਂ ਨੂੰ ਕੱਖ ਵੀ ਨਹੀਂ ਸਮਝਦਾ। ਜੇ ਤੁਸੀਂ ਮਸਲਾ ਜਿੱਤ ਜਾਂਦੇ ਦਿੱਲੀ ਦੇ ਵਿੱਚੋਂ, ਤੁਸੀਂ ਫੇਰ ਇਹਨਾਂ ਨੂੰ ਕੀੜੇ ਮਕੌੜੇ ਸਮਝਣਾ ਦਲਿਤਾਂ ਨੂੰ। ਤੁਸੀਂ ਦਲਿਤਾਂ ਦਾ ਸਾਥ ਲੈਣਾ ਚਾਹੁੰਦੇ ਆ। ਦਲਿਤਾਂ ਕੋਲੋਂ ਨੈਸ਼ਨਲ ਜਥੇਬੰਦੀਆਂ ਆ, ਦਲਿਤ ਆਰਗੇਨਾਈਜ਼ ਆ। ਦਲਿਤ ਜਿਹੜਾ ਤੁਸੀਂ 4 ਮਹੀਨੇ ਬੈਠਿਆਂ ਨੂੰ ਹੋ ਗਿਆ, 3-4 ਦਿਨਾਂ ਦਾ ਮਸਲਾ ਸੀ ਦਲਿਤਾਂ ਦਾ। ਉਹ ਅੱਕੇ ਲੋਕ ਹੁੰਦੇ, ਛੱਡਦੇ ਕੱਖ ਨਹੀਂ, ਉਹ ਅੱਗਾਂ ਲਾ ਦਿੰਦੇ ਆ। ਸਰਕਾਰ ਨੂੰ ਭਾਰੀ ਹੋ ਜਾਂਦਾ ਵੀ ਹਾਂ ਬੜਾ ਮੁਸ਼ਕਲ ਹੋਵੇ ਸਾਹਮਣਾ। ਤੁਸੀਂ ਕੀਤਾ ਕੱਖ ਨਹੀਂ। ਤੁਸੀਂ ਸਰਕਾਰ ਨਾਲ ਫਰੈਂਡਲੀ ਰਿਲੇਸ਼ਨ ਰੱਖ ਕੇ ਚੱਲਦੇ ਆ। ਤੁਸੀਂ ਕਹਿੰਦੇ ਆ ਸੱਪ ਵੀ ਮਰ ਜਾਵੇ, ਸੋਟਾ ਵੀ ਰਹਿ ਜਾਵੇ, ਇਦਾਂ ਨਹੀਂ ਹੁੰਦੀ। ਬਹੁਤ ਗਿਣਤੀ ਤੁਸੀਂ ਆ, 52%। ਤੇ ਸਾਥ ਕਿਹਨਾਂ ਦਾ ਮੰਗਦੇ ਆ? ਗਰੀਬ ਲੋਕਾਂ ਦਾ, ਲਤਾੜੇ ਲੋਕਾਂ ਦਾ, ਜਿਨ੍ਹਾਂ ਨੂੰ ਬਾਬਾ ਸਾਹਿਬ ਨੇ
ਜੌਬਾਂ ਚੈੱਕ ਲੈ ਕੇ ਆਂਦਾ ਤਾਂ ਰੋਟੀ ਹੁਣ ਖਾਣ ਲੱਗੇ ਆ, ਉਹਨਾਂ ਦਾ ਸਾਥ ਮੰਗਦੇ ਆ ਜਿਹੜੇ ਸਦੀਆਂ ਤੋਂ ਜੰਗਾਂ ਲੜਦੇ ਆ ਰਹੇ ਆ। ਅਗਰ ਉਹਨਾਂ ਦਾ ਸਾਥ ਲੈਣਾ, ਉਹਨਾਂ ਦੇ ਹੱਕ ਦੀ ਗੱਲ ਕਰੋ। ਜ਼ਮੀਨਾਂ ਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਆ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ, ਇਹ ਮੰਗ ਵੀ ਰੱਖੋ। ਤੇ ਨਾਲ 52% ਜਿਹੜੀ ਤੁਹਾਡੀ ਹਿੱਸੇਦਾਰੀ ਆ ਜੌਬਾਂ ਦੇ ਵਿੱਚ ਜਿਹੜੀ ਬ੍ਰਾਹਮਣ ਖਾਂਦਾ, ਉਹ ਵੀ ਮੰਗ ਰੱਖੋ ਕਿ ਭਾਈ ਮੰਡਲ ਕਮਿਸ਼ਨ ਵਿੱਚ 3743 ਜਾਤਾਂ ਉੱਚੀਆਂ ਜਾਤਾਂ ਵਾਲਿਆਂ ਦੇ ਲੋਕਾਂ ਨੂੰ ਜੌਬਾਂ ਨਹੀਂ ਮਿਲ ਰਹੀਆਂ। 8-9% ਜੌਬਾਂ ਉਹਨਾਂ ਨੂੰ ਸਾਰੀਆਂ 52% ਜੌਬਾਂ ਦਿੱਤੀਆਂ ਜਾਣ। ਤੇ ਨਾਲ ਰੱਖੋ ਕਰਜ਼ਿਆਂ ਦੀ ਮਾਫੀ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਦੀ ਮਾਫੀ, ਇਹ ਵੀ ਹੋਣੀ ਚਾਹੀਦੀ ਆ। ਤੇ ਨਾਲ ਰੱਖੋ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦਾ ਮਸਲਾ, ਕਿਉਂਕਿ ਜਿਹੜੀ ਸਰਕਾਰ ਬਣੀ ਆ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਆਧਾਰ ਤੇ ਬਣੀ ਆ, ਇਹ ਫਰਾਡ ਕਰਕੇ ਬਣੀ ਆ। ਇਹ ਰੱਖੋ ਕਿ ਬੈਲਟ ਪੇਪਰ ਤੇ ਹੋਣੀਆਂ ਚਾਹੀਦੀਆਂ। ਇਹ ਮੰਗਾਂ ਰੱਖੋ ਤਾਂ ਤੁਹਾਡੀ ਬੰਦ ਖਲਾਸੀ ਹੋਣੀ ਆ। ਐਵੇਂ ਨਾ ਸੋਚੀ ਚੱਲੋ ਮਜ਼ਦੂਰ ਸਾਡਾ ਸਾਥ ਦੇ ਦੂਗੇ, ਉਹ ਦਿੰਦੇ ਆ ਸਾਥ, ਪਰ ਵੱਡੇ ਲੈਵਲ ਤੇ ਜੇ ਤੁਸੀਂ ਚਾਹੁੰਦੇ ਆ ਰਾਜ ਪਲਟਾ, ਤੁਸੀਂ ਚਾਹੁੰਦੇ ਆ ਕਿ ਬ੍ਰਾਹਮਣ ਰਾਜ ਨਾ ਕਰੇ, ਇਹ ਮੋਦੀ ਰਾਜ ਨਾ ਕਰੇ, ਤਾਂ ਰਾਜ ਪਲਟਾ ਇਦਾਂ ਹੋਣਾ। ਗੱਲਾਂ ਬਾਤਾਂ ਨੇ, ਇਹ ਨਹੀਂ ਕਿ ਤੁਸੀਂ ਜਿੱਤ ਜਮੋ ਤਾਂ ਫਿਰ ਤੁਸੀਂ ਜ਼ਮੀਨ ਦੇ ਮਾਲਕ ਤੇ ਤੁਹਾਡੇ ਮਜ਼ਦੂਰ ਤੇ ਦਲਿਤ ਵਿਚਾਰੇ ਤੇ ਇਹਨਾਂ ਦਾ ਸ਼ੋਸ਼ਣ ਤੁਸੀਂ ਕਰੋ। ਇਹ ਕੰਮ ਨਹੀਂ ਹੋਣਾ, ਇਸ ਤੋਂ ਗੁਰੇਜ਼ ਕਰੋ। ਇਹ ਪੰਚਾਇਤੀ ਜ਼ਮੀਨਾਂ ਦੇ ਜਿਹੜੀ ਹੱਕਦਾਰ ਆ ਉਹ ਦਲਿਤ ਲੋਕ ਹੋਣ, ਪਿੰਡ ਦੇ ਲੋਕ ਜਿਹੜੇ ਦਲਿਤ ਆ ਸਾਂਝ ਪਿੰਡ ਦੀ ਉਹ ਸਾਂਝੀ ਖੇਤੀ ਕਰਨ। ਤੁਹਾਡਾ ਉਹ 'ਚ ਕੋਈ ਮਸਲਾ ਨਹੀਂ, ਉਹ ਆਪਣੇ ਖੇਤਾਂ 'ਚੋਂ ਪੱਠੇ ਲੈ ਕੇ ਆਉਣ, ਆਪਣੀ ਸਾਂਝੀ ਫਸਲ ਕਰਨ ਤੇ ਉਹ ਦਾਣੇ ਵੰਡਣ, ਤਾਂ ਕਿ ਉਹ ਤੁਸੀਂ ਵੀ ਉਹਨਾਂ ਦਾ ਸ਼ੋਸ਼ਣ ਨਾ ਕਰ ਸਕੋ। ਤੁਹਾਡੇ ਕਰਜ਼ਿਆਂ ਦੀ ਮਾਫੀ, ਤੁਹਾਡੇ ਮਜ਼ਦੂਰਾਂ ਦੇ ਕਰਜ਼ਿਆਂ ਦੀ ਮਾਫੀ, ਕਿਉਂਕਿ ਇਹਨਾਂ ਨੇ ਸਾਰੇ ਕਾਰਪੋਰੇਟ ਘਰਾਣੇ ਦੇ ਕਰਜ਼ੇ ਮਾਫ ਕੀਤੇ ਆ। ਇਹ ਮੰਗਾਂ ਵਿੱਚ ਐਡ ਕਰੋ। ਫਿਰ ਜਿੰਨੀਆਂ ਵੀ ਸਰਕਾਰੀ ਜੌਬਾਂ ਉਹਨਾਂ ਦੀ ਗਿਣਤੀ ਕਰਾਓ। ਦੇਖੋ 3.5% ਬ੍ਰਾਹਮਣਾਂ ਕੋਲ ਕਿੰਨੀਆਂ ਜੌਬਾਂ, ਅਗਰ 3.5% ਤੋਂ ਬ੍ਰਾਹਮਣ ਵੱਧ ਆ ਉਹਨਾਂ ਨੂੰ ਬਾਹਰ ਕੱਢੋ। ਹੁਣ 79.2% ਜਿਹੜੇ ਆ IAS IPS ਆਫੀਸਰ ਇਹੀ ਆ ਬ੍ਰਾਹਮਣ ਖੱਤਰੀ ਵੈਸ਼, ਤੇ ਜੁਡੀਸ਼ਰੀ ਵਿੱਚ 97% ਆ। ਤੇ ਇਹਨਾਂ ਦੀ ਗਿਣਤੀ ਇਹਨਾਂ ਦੇ ਮੁਤਾਬਕ ਹੋਏ। ਸੰਵਿਧਾਨ ਇਹ ਕਹਿੰਦਾ ਜੇ 3.5% ਬ੍ਰਾਹਮਣ ਆ ਤਾਂ 3.5% ਹੀ ਉਹ ਜੁਡੀਸ਼ਰੀ ਚ ਹੋਣੇ ਚਾਹੀਦੇ ਆ, 3.5% ਮਿਲਟਰੀ 에ਅਰਫੋਰਸ ਵਿੱਚ, 3.5% ਸਰਕਾਰੀ ਜੌਬਾਂ ਤੇ ਹੋਣੇ ਚਾਹੀਦੇ ਆ, ਉਦੋਂ ਵੱਧ ਨਹੀਂ ਚਾਹੀਦੇ। ਤੁਸੀਂ ਜਿਹੜੇ ਆ ਆਪਣੀਆਂ ਜੌਬਾਂ ਲੈ ਜਾਣੀਆਂ। ਇਸ ਕਰਕੇ ਇਹ ਗਿਣਤੀ ਵੀ ਕਰਾਓ ਤਾਂ ਕਿ ਬ੍ਰਾਹਮਣ ਭਾਰਤ ਤੇ ਕਾਬਜ ਹੋਏ ਆ, ਸਾਰੇ ਸਰਕਾਰੀ ਅਦਾਰਿਆਂ ਵਿੱਚ ਉਹ ਕਬਜ਼ਾ ਕਰਕੇ ਬੈਠਾ ਤੇ ਤੁਹਾਡੇ ਛਿੱਤਰ ਫੇਰਿਆ। ਇਹ ਮੰਗ ਵੀ ਰੱਖੋ, ਮੰਗਾਂ ਸਾਰੀਆਂ ਰੱਖੋ। ਗਾਰੰਟੀ ਨਾ ਦੇਣਾ ਸਾਰੇ ਮਸਲੇ ਹੱਲ ਹੁੰਦੇ, ਉਹਨਾਂ ਨੂੰ ਪਤਾ ਲੱਗ ਜਾਣਾ ਜਾਗ ਪਏ। ਅਜੇ ਤੁਸੀਂ ਸੁੱਤੇ ਪਏ ਆ, ਤੁਸੀਂ ਸੋਚਦੇ ਆ ਵੀ ਸਾਨੂੰ ਆਹ ਗੱਲ ਮੰਨ ਜਵੇ ਤੇ ਪਿੰਡਾਂ ਦੇ ਵਿੱਚ ਫੇਰ ਗਰੀਬਾਂ ਦਾ ਸ਼ੋਸ਼ਣ ਕਰਾਂਗੇ। ਗਰੀਬਾਂ ਦਾ ਸ਼ੋਸ਼ਣ ਨਹੀਂ ਹੋਣਾ, ਇਹ ਜਾਗ ਪਏ ਆ। ਜਿਹੜੀ ਰਿਜ਼ਰਵੇਸ਼ਨ ਤੁਸੀਂ ਨਹੀਂ ਲਈ, ਜਿਹਨੂੰ ਰਿਜ਼ਰਵੇਸ਼ਨ ਕਹਿੰਦੇ ਨਾ, ਭੀਖ ਕਹਿੰਦੇ ਜਿਹਨੂੰ, ਵੀ ਦਲਿਤਾਂ ਨੂੰ ਭੀਖ ਲੈਂਦੇ ਆ, ਇਹ ਭੀਖ ਨਹੀਂ, ਇਹ ਹਿੱਸੇਦਾਰੀ ਆ। ਦਲਿਤਾਂ ਦੀ ਗਿਣਤੀ 22.5%, 10% ਜਿਹੜੇ ਆ ਉਹ ਧਰਮ ਪਰਿਵਰਤਿਤ ਹੋਏ ਆ। ਇਹ ਉਹਨਾਂ ਦੀ ਗਿਣਤੀ ਦੇ ਮੁਤਾਬਕ ਉਹਨਾਂ ਦੀ ਹਿੱਸੇਦਾਰੀ ਆ। ਤੇ ਤੁਸੀਂ 52% ਤੋਂ ਤੁਹਾਡੀ 52% ਹਿੱਸੇਦਾਰੀ ਮੰਡਲ ਕਮਿਸ਼ਨ ਮੁਤਾਬਕ ਤੁਸੀਂ ਲਈ ਨਹੀਂ, ਉਹਨਾਂ ਨੇ ਲੈ ਲਈ। ਤੁਸੀਂ ਭੁੱਖੇ ਮਰਦੇ ਜ਼ਮੀਨਾਂ ਮਾਣ ਹੋਣ ਦੇ ਬਾਵਜੂਦ, ਤੇ ਉਹ ਰੋਟੀ ਖਾਣ ਲੱਗ ਪਿਆ। ਲੂਣ ਮਿਰਚਾਂ ਨਾਲ ਖਾਣ ਵਾਲੇ ਰੋਟੀਆਂ ਅੱਜ ਟਾਈਆਂ ਲਾ ਕੇ ਘੁੰਮਦੇ ਆ। ਅੱਜ ਜੌਬਾਂ ਉਹਨਾਂ ਕੋਲ ਵਧੀਆ, ਅੱਜ ਉਹ ਜਾਗਰਤ ਹੋਇਆ ਇੰਡੀਆ ਲੈਵਲ ਤੇ ਉਹਨਾਂ ਦੇ ਨੈਸ਼ਨਲ ਜਥੇਬੰਦੀਆਂ, ਉਹ ਤੁਹਾਨੂੰ ਵੀ ਜਗਾਉਂਦੇ ਆ। ਪਰ ਤੁਸੀਂ ਅੱਜ ਤੁਹਾਡਾ ਸ਼ੋਸ਼ਣ ਹੋ ਰਿਹਾ। ਇਸ ਕਰਕੇ ਤੁਸੀਂ ਜੇ ਦਿੱਲੀ 'ਚ ਬੈਠੇ ਆ, ਦਿੱਲੀ 'ਚ ਬੈਠ ਕੇ ਇਹ ਮੰਗਾਂ ਰੱਖੋ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹ ਸਾਡੇ ਭਰਾਵਾਂ ਨੂੰ ਮਿਲਣੀਆਂ ਚਾਹੀਦੀਆਂ। ਜਿਹੜੇ ਸਫਾਈ ਮਜ਼ਦੂਰ ਆ ਉਹਨਾਂ ਦੀ ਘੱਟੋ ਘੱਟ ਜਿਹੜੀ ਆ ਇਨਕਮ ਇੱਕ ਸਫਾਈ ਮਜ਼ਦੂਰ ਦੀ 35,000 ਰੁਪਇਆ ਹੋਵੇ, ਔਰ ਕੋਈ ਵੀ ਠੇਕੇ ਤੇ ਨਾ ਹੋਵੇ, ਕਿਸੇ ਨੂੰ ਰੱਖੇ ਵੀ 5-5 ਠੇਕੇ ਤੇ ਰੱਖ ਕੇ ਤੇ ਦੁਆ ਕਰਨ। ਨੋ, ਹਰ ਸਫਾਈ ਮਜ਼ਦੂਰ ਦੀ ਤੇਰੀ ਤਨਖਾਹ ਆ 35,000 ਹੋਵੇ। ਹਰੇਕ ਦਾ ਇਲਾਜ ਸਰਕਾਰੀ ਹਸਪੀਟਲ ਜਿਹੜੇ ਅਪਗ੍ਰੇਡ ਕੀਤੇ ਜਾਣ, ਸਰਕਾਰੀ ਸਕੂਲ ਅਪਗ੍ਰੇਡ ਕੀਤੇ ਜਾਣ, ਐਜੂਕੇਸ਼ਨ ਵੀ ਤੇ ਮੈਡੀਕਲ ਵੀ ਫ੍ਰੀ। ਬਾਹਰਲੀਆਂ ਕੰਟਰੀਆਂ ਨੂੰ ਕਿਉਂ ਭੱਜ ਕੇ ਹੀ ਆਉਂਦੇ ਆ, ਇੱਥੇ ਮੈਡੀਕਲ ਵੀ ਐਜੂਕੇਸ਼ਨ ਵੀ ਸਾਰਾ ਕੁਝ ਫ੍ਰੀ ਆ। ਇਹਨਾਂ ਨੂੰ ਕਿਹੜਾ ਪੈਸਾ ਉੱਪਰੋਂ ਆਉਂਦਾ, ਲੋਕਾਂ ਤੋਂ ਲੈ ਕੇ ਦਿੰਦੇ ਆ ਵੀ ਪੈਸਾ। ਇਹ ਚੀਜ਼ਾਂ ਰੱਖੋ, ਫੇਰ ਤੁਹਾਡੀ ਬੰਦ ਖਲਾਸੀ ਦਿੱਲੀ 'ਚ ਹੋਣੀ ਆ। ਅਜੇ ਤੁਹਾਡੇ ਮਨਾਂ 'ਚ ਵਿਤਕਰਾ ਆ, ਤੁਸੀਂ ਅੱਖਾਂ ਮੀਟ ਕੇ ਮਜ਼ਦੂਰਾਂ ਦਾ ਸਾਥ ਲੈਣਾ ਚਾਹੁੰਦੇ ਆ, ਪਰ ਮਜ਼ਦੂਰਾਂ ਦੇ ਹੱਕ ਦੀ ਗੱਲ ਨਹੀਂ ਕਰਨਾ ਚਾਹੁੰਦੇ। ਪਿੰਡਾਂ ਵਿੱਚ ਤੁਸੀਂ ਬਾਈਕਾਟ ਕਰਦੇ ਆ, ਬਾਈਕਾਟ ਕਰਨ ਵਾਲਿਆਂ ਦਾ ਤੁਸੀਂ ਵਿਰੋਧਤਾ ਨਹੀਂ ਕਰਦੇ। 2 ਕੁੜੀਆਂ ਦੇ ਕਤਲ ਹੋ ਰਹੇ ਆ, ਉੱਥੇ ਤੁਸੀਂ ਵਿਰੋਧਤਾ ਨਹੀਂ ਕਰਦੇ। ਤੇ ਇਸੇ ਕਰਕੇ ਬ੍ਰਾਹਮਣ ਨੂੰ ਪਤਾ ਕਿ ਤੁਸੀਂ ਪ੍ਰੈਕਟਿਸ ਜਿਹੜੀਆਂ ਹਿੰਦੂਇਜ਼ਮ ਦੀ ਕਰਦੇ ਆ, ਤੇ ਕਹਾਉਂਦੇ ਤੁਸੀਂ ਸਿੱਖ ਆ,
ਮੁਸਲਮਾਨ ਆ, ਈਸਾਈ ਆ, ਬੋਧੀ ਆ, ਕਹਾਉਂਦੇ ਤੁਸੀਂ ਧਰਮੀ ਆ। ਪ੍ਰੈਕਟਿਸ ਜਿਹੜੀ ਹੈ ਜਾਤ ਪਾਤ ਦੀ ਕਰਦੇ ਆ। ਜਾਤ ਪਾਤ ਬ੍ਰਾਹਮਣ ਦਾ ਧਰਮ ਹੈ, ਹਿੰਦੂ ਧਰਮ ਦਾ ਹਿੱਸਾ ਹੈ। ਇਹ ਗੁਲਾਮੀ ਦਾ ਨਿਸ਼ਾਨੀ ਹੈ। ਪ੍ਰੈਕਟਿਸ ਤੁਸੀਂ ਗੁਲਾਮੀ ਦੀ ਕਰਦੇ ਆ ਤੇ ਕਹਾਉਂਦੇ ਤੁਸੀਂ ਕੀ ਆ? ਅਸੀਂ ਸਿੱਖ ਹੁੰਨੇ ਆ ਜੀ, ਅਸੀਂ ਮੁਸਲਮਾਨ ਹੁੰਨੇ ਆ ਜੀ, ਅਸੀਂ ਈਸਾਈ ਹੁੰਨੇ ਆ ਜੀ, ਅਸੀਂ ਬੋਧੀ ਹੁੰਨੇ ਆ। ਇਹ ਬ੍ਰਾਹਮਣ ਨੂੰ ਪਤਾ ਕਰਕੇ ਹੀ ਉਹ ਪੋਲਰਾਈਜੇਸ਼ਨ ਦੀ ਜਿਹੜੀ ਆ ਉਹ ਨੀਤੀ ਉਹਨੇ ਅਪਣਾਈ ਆ। ਤੇ ਪੋਲਰਾਈਜੇਸ਼ਨ ਦੀ ਨੀਤੀ ਦਾ ਤੁਸੀਂ ਸ਼ਿਕਾਰ ਹੋ ਰਹੇ ਆ, ਧਰੁਵੀਕਰਨ ਦਾ ਤੁਸੀਂ ਸ਼ਿਕਾਰ ਹੋ ਰਹੇ ਆ। ਤੁਹਾਨੂੰ ਲੱਗਦਾ ਕਿ ਲੀਡਰ ਸਾਡੇ ਆ, ਬਾਦਲ ਸਾਡਾ, ਕੈਪਟਨ ਸਾਡਾ ਆ ਸਾਡਾ, ਇਹ ਉਹ ਵਿਕੇ ਹੁੰਦੇ ਆ, ਉਹਨਾਂ ਨੇ ਘਪਲੇ ਕੀਤੇ ਹੁੰਦੇ ਆ ਜਦੋਂ ਸਰਕਾਰ ਵਿੱਚ ਹੁੰਦੇ ਆ। ਤੇ ਇਹ CBI ਜਾਂਚ ਕਰਾ ਦਿੰਦਾ ਬ੍ਰਾਹਮਣ। ਜੇ ਕੋਈ ਬੰਦਾ ਉਹਦਾ ਸਾਥ ਨਾ ਦੇਵੇ, CBI ਜਾਂਚ ਕਰਾ ਕੇ ਅੰਦਰ ਦੇ ਦਿੰਦੇ, ਜਾਂ ਲਾਲੂ ਨੂੰ ਜਾ ਦਿੱਤਾ ਅੰਦਰ। ਇੱਦਾਂ ਹੀ ਤੁਸੀਂ ਡਰਦੇ ਜਿਹੜੇ ਲੀਡਰ ਆ ਤੁਹਾਡੇ, ਉਹ ਬ੍ਰਾਹਮਣ ਦੇ ਨਾਲ ਲੱਗੇ ਹੋ ਤੇ ਤੁਸੀਂ ਸਾਰੇ ਹੀ ਲੀਡਰਾਂ ਮਗਰ ਲੱਗ ਕੇ ਗੁਲਾਮ ਹੋਏ ਹੋ। ਆ ਤੁਹਾਡੀ ਅਸਲ ਗੱਲ। ਅਗਰ ਜੇ ਤੁਸੀਂ ਇਹਨੂੰ ਸਮਝਦੇ ਆ ਤਾਂ ਤੁਸੀਂ ਚੰਗਾ ਰਾਜ ਭਾਗ ਪੈਦਾ ਕਰ ਸਕਦੇ ਆ, ਨਹੀਂ ਤਾਂ ਤੁਸੀਂ ਗੁਲਾਮ ਦੇ ਗੁਲਾਮ ਰਹਿਣਾ। ਅਗਰ ਦਿੱਲੀ 'ਚ ਬੈਠੇ ਆ, ਦਲਿਤਾਂ ਦੇ ਲਈ ਸਰਕਾਰੀ ਜ਼ਮੀਨਾਂ ਜਿਹੜੀਆਂ ਉਹ ਦਲਿਤਾਂ ਨੂੰ ਹੀ ਦਿੱਤੀਆਂ ਜਾਣ ਔਰ ਦਲਿਤਾਂ ਨੂੰ ਹੱਕ ਦਿੱਤਾ ਜਾਵੇ ਉੱਤੇ ਖੇਤੀ ਕਰਨ। ਤੇ ਉਹ ਜਿਹੜੀ ਆ ਆਪਣੇ ਕਰਜ਼ੇ ਮਾਫੀ ਦੀ ਗੱਲ, EVM ਦੀ ਸਾਰੀਆਂ ਗੱਲਾਂ, ਜੋ ਸਫਾਈ ਮਜ਼ਦੂਰਾਂ ਦੀਆਂ ਮੰਗਾਂ ਸਾਰੀਆਂ ਉਹ ਲੈ ਕੇ ਆਓ ਤੇ ਤੁਹਾਡੀ ਜਿੱਤ ਹੋਊਗੀ। ਨਹੀਂ ਤਾਂ ਤੁਸੀਂ ਕੁੱਟ ਖਾ ਕੇ ਆਵੋਗੇ, ਹਾਰੋਗੇ। ਜਿੰਨਾ ਲੰਬਾ ਲੈ ਕੇ ਜਾਓਗੇ ਤੁਹਾਡਾ ਨੁਕਸਾਨ ਹੋਊਗਾ। ਜੇ ਤੁਸੀਂ ਮਜ਼ਦੂਰਾਂ ਦੀ ਗੱਲ ਨਹੀਂ ਕਰਦੇ, ਮਜ਼ਦੂਰਾਂ ਨੂੰ ਵੀ ਜਾਗਰਤੀ ਆ ਰਹੀ ਆ ਕਿ ਤੁਸੀਂ ਸ਼ੋਸ਼ਣ ਕਰੋਗੇ ਆਉਣ ਵਾਲੇ ਸਮੇਂ ਸਾਡਾ। ਇਸ ਕਰਕੇ ਮੇਰੇ ਵੀਰੋ ਬੇਨਤੀ ਆ ਕਿ ਦਿੱਲੀ 'ਚ ਬੈਠੇ ਆ, ਇਕੁਐਲਿਟੀ, ਫਰੀडम ਐਂਡ ਜਸਟਿਸ ਦੀ ਗੱਲ ਕਰੋ। ਗੱਲਾਂ ਬਾਤਾਂ ਵਿੱਚ ਲੋਕਾਂ ਨੂੰ ਲੈ ਕੇ ਮਜ਼ਦੂਰਾਂ ਦੇ ਸਾਥ ਦੀ ਗੱਲ ਨਾ ਕਰੋ, ਮਜ਼ਦੂਰਾਂ ਦੇ ਲਈ ਵੀ ਕੰਮ ਕਰੋ। ਅਗਰ ਤੁਸੀਂ ਮਜ਼ਦੂਰਾਂ ਦੀ ਗੱਲ ਕਰੋ, ਦਿੱਲੀ ਦੇ ਵਿੱਚ ਤੈਨੂੰ ਮੈਂ ਅੱਗੇ ਵੀ ਗੱਲ ਕਹੀ ਸੀ, ਦਿੱਲੀ ਦੇ ਵਿੱਚ ਇੰਨਾ ਕਿ ਗੰਦ ਖਿਲਾਰ ਦਊਗੇ, ਕੱਟੇ ਬੱਚੇ ਖਿਲਾਰ ਦਊਗੇ। ਇਹਨਾਂ ਨੇ ਮਿਹਨਤਾਂ ਕਰਨੀਆਂ, ਉਹ ਭਰਾਵੋ ਚੱਕ ਲਓ, ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ। ਉਹਨਾਂ ਦੇ ਹੱਕ ਦੀ ਗੱਲ ਤਾਂ ਕਰਕੇ ਦੇਖੋ ਕਿ ਸਫਾਈ ਮਜ਼ਦੂਰ ਦੀ ਤਨਖਾਹ 35-40 ਹਜ਼ਾਰ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਹਦੇ ਬੱਚੇ ਫ੍ਰੀ ਪੜ੍ਹਨ, ਮੈਡੀਕਲ ਫ੍ਰੀ, ਹਸਪੀਟਲ ਅਪਗ੍ਰੇਡ। ਇਹ ਮੰਗਾਂ ਤਾਂ ਪਾਓ ਯਾਰ ਤੁਸੀਂ। ਇਹਨਾਂ ਨੂੰ ਤਾਂ ਬਾਹਰ ਨਹੀਂ ਨਿਕਲਣ ਦੇਣਾ। ਜਦੋਂ ਇੰਨਾ ਗੰਦ ਖਿਲਾਰ ਦੇਣਾ ਉਹਨਾਂ ਨੇ, ਉਹਨਾਂ ਨੂੰ ਪਤਾ ਸਾਰਾ ਜੰਗ ਕਿੱਦਾਂ ਲੜਨੀ ਆ। ਉਹਨਾਂ ਨੂੰ ਅੱਗਾਂ ਵੀ ਲਾਉਣੀਆਂ ਹੁੰਦੀਆਂ, ਸਾਰਾ ਕੁਝ ਕਰਨਾ ਹੁੰਦਾ। ਉਹ ਚੱਕ ਕੇ ਭੀਮਾ ਕੋਰੇਗਾਂਵ 'ਚ ਵੀ ਅੰਦਰ ਦਿੱਤੇ ਹੋ ਆ ਤੇ ਤੁਸੀਂ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰਦੇ। ਉੱਦਾਂ ਤੁਸੀਂ ਜ਼ਰੂਰ ਸੋਚਦੇ ਆ। ਮੈਂਟੈਲਿਟੀ ਤੁਹਾਡੀ ਕੀ ਆ? ਜਦੋਂ ਤੁਹਾਡੇ ਨਾਲ ਗੱਲ ਕਰਨ ਆਉਂਦੇ ਤੁਸੀਂ ਆਪਣੇ ਆਪ ਨੂੰ ਉੱਚੇ ਸੋਚਦੇ, ਉਹਨਾਂ ਨੂੰ ਨੀਵੇਂ ਸੋਚਦੇ ਆ। ਇਹ ਤੁਹਾਡੀ ਮੈਂਟੈਲਿਟੀ ਆ। ਇਹ ਮੈਂਟੈਲਿਟੀ ਦਿਮਾਗ 'ਚੋਂ ਕੱਢਣੀ ਪੈਣੀ ਆ। ਉੱਚਿਆਂ ਨੀਵੇਂ ਵਾਲੀ ਮੈਂਟੈਲਿਟੀ ਕੱਢਣੀ ਪੈਣੀ ਆ। ਤੁਸੀਂ ਵੀ ਭਾਰਤ ਦੇ ਮੂਲ ਵਾਸੀ ਆ, ਉਹ ਵੀ ਭਾਰਤ ਦੇ ਮੂਲ ਵਾਸੀ ਆ। ਬ੍ਰਾਹਮਣ ਨੇ ਤੁਹਾਨੂੰ ਜਾਤ ਪਾਤ ਊਚ ਨੀਚ ਵਿੱਚ ਵੰਡ ਕੇ ਬ੍ਰਾਹਮਣ ਤੁਹਾਡੇ ਤੇ ਰਾਜ ਕਰਦਾ। ਨਾ ਤੁਹਾਡੇ 'ਚ ਕੋਈ ਉੱਚਾ, ਨਾ ਤੁਹਾਡੇ 'ਚ ਕੋਈ ਨੀਵਾਂ ਆ। ਤੁਸੀਂ ਲੋਕ ਆ, ਤੁਸੀਂ ਇਨਸਾਨ ਹੈ। ਇੱਕ ਬਾਹਰੋਂ ਆਇਆ ਵਿਦੇਸ਼ੀ ਤੁਹਾਨੂੰ ਵੰਡ ਕੇ ਰਾਜ ਕਰਦਾ। ਉਹ ਵਿਦੇਸ਼ੀ ਦੀਆਂ ਨੀਤੀਆਂ ਨੂੰ ਸਮਝ ਕੇ ਵਿਦੇਸ਼ੀ ਦੇ ਖਿਲਾਫ ਹੋਵੋ ਤੇ ਆਪਣੀਆਂ ਸਾਂਝੀ ਤੌਰ ਤੇ ਮੰਗਾਂ ਲੈ ਕੇ ਆਓ ਤੇ ਤੁਹਾਡੀ ਜਿੱਤ ਹੋਵੇਗੀ। ਨਹੀਂ ਤੁਸੀਂ ਕੁੱਟ ਖਾਓਗੇ, ਤੁਸੀਂ ਹਾਰੋਗੇ। ਤੁਹਾਡੀਆਂ ਹੀ ਫੌਜਾਂ, ਤੁਹਾਡੀ ਹੀ ਪੁਲਿਸ ਤੁਹਾਨੂੰ ਕੁੱਟ-ਕੁੱਟ ਕੇ ਦਿੱਲੀ 'ਚੋਂ ਕੱਢੋਗੇ। ਯਾਦ ਰੱਖਿਓ, ਜੇ ਤੁਸੀਂ ਸਾਰਿਆਂ ਦੀਆਂ ਮੰਗਾਂ ਦੀ ਗੱਲ ਨਹੀਂ ਕੀਤੀ। ਓਕੇ ਜੀ, ਮੇਰਾ ਖਿਆਲ ਆ ਮੇਰੇ ਵੀਰ ਤੁਸੀਂ ਪੋਲਰਾਈਜੇਸ਼ਨ ਦੀ ਨੀਤੀ ਨੂੰ ਸਮਝ ਗਏ ਹੋਵੋਗੇ। ਬਹੁਤ ਆਧਾਰ ਨਾਲ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ। ਬਹੁਤ ਆਧਾਰ ਨਾਲ ਪੋਲਰਾਈਜੇਸ਼ਨ ਦੀ ਨੀਤੀ। ਪਾਕਿਸਤਾਨ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਬੰਗਲਾਦੇਸ਼ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਸਿਰਫ ਦੁਸ਼ਮਣੀਆਂ ਇਹਨਾਂ ਨੇ ਪਾਈਆਂ ਕਿਉਂਕਿ ਉਹ ਮੁਸਲਮਾਨ ਕੰਟਰੀ ਆ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ। ਮੁਸਲਮਾਨ ਨੂੰ ਨਫ਼ਰਤ ਕਰਕੇ, ਨੌਨ ਮੁਸਲਮਾਨ ਨੂੰ ਧੱਕੇ ਨਾਲ ਹਿੰਦੂ ਡਿਕਲੇਅਰ ਕਰਕੇ ਇਹ ਆਪਣਾ ਰਾਜ ਭਾਗ ਕਾਇਮ ਕਰਨਾ ਚਾਹੁੰਦੇ ਆ। ਆਹੀ ਪੋਲਰਾਈਜੇਸ਼ਨ ਦੀ ਇਹ ਨੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਵਾਸੀ। ਨਮੋ ਬੁੱਧਾਏ, ਸਲਾਮ ਅਲੈਕਮ, ਜੈ ਮਸੀਹ।